ਵਾਹਿਗੁਰੂ 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 ਧੰਨਵਾਦ ਗੁਰੂ ਵਾਹਿਗੁਰੂ 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 जिन प्रेम कियो जिन प्रेम कियो जिन प्रेम कियो जिन प्रेम कियो तिन ही प्रभ पायो तिन ही प्रभ पायो तिन ही प्रभ पायो तिन ही प्रभ पायो जिन प्रेम कियो 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 तिन ही प्रभ पायो तिन ही प्रभ पायो गुरु प्यारी साध संगत प्रेम दे अर्थ है मैं तो परे ਉਹ ਗੁਰੂ ਸਾਹਿਬ ਨੇ ਸਾਨੂੰ ਕੀਤਾ ਹੈ ਜਾਂ ਸ਼ਹੀਦਾਂ ਨੇ ਕੀਤਾ ਹੈ। ਆਪਾਂ ਛੋਟਾ ਜਿਹਾ ਵੀ ਕਾਰਜ ਕਰੀਏ ਤੇ ਆਖੀਦਾ ਮੈਂ ਕੀਤਾ।
तुम्हारे साहिब जी ਦੇ ਲਾਲਾ ਨੇ ਜੋ ਕੀਤਾ ਉਹ ਤਾਂ ਕੋਈ ਨਹੀਂ ਕਰ ਸਕਦਾ। ਪ੍ਰੇਮ ਦੇ ਵਿੱਚ ਕੁਰਬਾਨੀ ਹੈ, ਮੋਹ ਦੇ ਵਿੱਚ ਬੰਦੇ ਦਾ ਸਵਾਰਥ ਹੈ। ਪ੍ਰੇਮ ਦੀ ਤੇ ਮੋਹ ਦੀ ਵੱਖੋ ਵੱਖਰੀ ਡੈਫੀਨੇਸ਼ਨ ਹੈ। ਪ੍ਰੇਮ ਦੇ ਅਰਥ ਨੇ ਦੇਣਾ ਦੇਣਾ ਦੇਣਾ, ਤੇ ਮੋਹ ਦਾ ਅਰਥ ਹੈ ਲੈਣਾ ਲੈਣਾ ਲੈਣਾ। ਸੋ ਹਜ਼ੂਰ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸਵਈਆਂ 'ਚ ਕਹਿੰਦੇ ਹਨ ਕਿ ਜਿਨ ਪ੍ਰੇਮ ਕੀਓ ਕਿ ਪਿਆਰਾ ਮਿਲਦਾ ਹੀ ਉਹਨੂੰ ਹੈ ਜਿਹੜਾ ਪ੍ਰੇਮ ਕਰਦਾ ਹੈ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਗਰੀਬ ਨਵਾਜ ਹੀਰਕ ਦਰਸ਼ੀ ਹਿੰਮਤਵਾਨਾ ਕਰੇ ਨਾ ਆਸ ਪ੍ਰਕਾਰ ਧਨ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦਇਆ ਦੇ ਮਾਲਕ ਸਤਿਗੁਰੂ ਆਪ ਜੀਆਂ ਦੀ ਪਾਵਨ ਪਵਿੱਤਰ ਸੋਭਾ ਹੋ ਰਹੀ ਹੈ। ਕੱਲ ਆਪ ਜੀ ਨੇ ਸਰਵਣ ਕੀਤਾ ਸੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਾਰਿਆਂ ਦੀਆਂ ਝੋਲੀਆਂ ਭਰੀ ਜਾਂਦੇ ਭਰੀ ਜਾਂਦੇ ਭਰੀ, ਤੇ ਜਦੋਂ ਝੋਲੀਆਂ ਭਰਦੇ ਹੈ ਤੇ ਸਾਰੀ ਸ੍ਰਿਸ਼ਟੀ ਕਹਿੰਦੀ ਹੈ ਧੰਨ ਨਾਨਕ ਤੇਰੀ ਵੱਡੀ ਵਡਿਆਈ, ਵੱਡੀ ਕਮਾਈ ਵੱਡੀ ਕਮਾਈ ਵੱਡੀ ਕਮਾਈ। ਤੋ ਆਪਾਂ ਸਾਰੇ ਵੀ ਕਮਾਈ ਕਰਦੇ ਹਾਂ ਪਰ ਆਪਣੀ ਕਮਾਈ ਵੱਡੀ ਨਹੀਂ ਆ। ਕਿਸੇ ਲਤੀਫ ਦੇ ਬੋਲ ਨੇ ਕਹਿੰਦੇ ਬਾਬਾ ਤੂੰ ਤਾਂ ਸਾਡੇ ਤੋਂ ਪਰਿਵਾਰ ਵਾਰ ਗਿਆ, ਅਸੀਂ ਅੱਜ ਤੇਰੀ ਕਿਰਪਾ ਨਾਲ ਪਰਿਵਾਰ ਪਾਲਦੇ ਹਾਂ। ਪਰਿਵਾਰ ਵਾਰਨ ਵਿੱਚ ਤੇ ਪਰਿਵਾਰ ਪਾਲਣ ਵਿੱਚ ਬੜਾ ਫਰਕ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਗੱਦੀ ਬਖਸ਼ਿਸ਼ਾਂ ਭਰੀ ਹੈ। ਤੋ ਮਹਾਰਾਜ ਜੀ ਜਦੋਂ ਚਾਰੇ ਪਾਸੇ ਝੋਲੀਆਂ ਭਰੀਆਂ ਤੇ ਸਾਰੀ ਸੰਗਤ ਕਹਿੰਦੀ ਧੰਨ ਨਾਨਕ ਧੰਨ ਨਾਨਕ ਧੰਨ, ਤੇ ਮਹਾਰਾਜ ਦਾ ਜਸ ਈਰਖਾਲੂਆਂ ਤੋਂ ਜਰਿਆ ਨਹੀਂ ਗਿਆ। ਉਹਨਾਂ ਨੇ ਸੋਚਿਆ ਵੀ ਇਹ ਕੱਲ ਆਇਆ ਹੈ ਤੇ ਇਹਦੀ ਸੋਭਾ ਇੰਨੀ, ਸਾਨੂੰ 100-100 ਸਾਲ ਹੋ ਚੱਲਿਆ ਕੋਈ ਪੁੱਛਦਾ ਨਹੀਂ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੀ ਸੋਭਾ ਜੁਗ ਜੁਗ ਹੋਈ। ਜੁਗੋ ਜੁਗ ਸੋਭਾ ਹੁੰਦੀ ਹੈ ਜਿਹੜੇ ਸਾਈਂ ਨੂੰ ਸਮਰਪਿਤ ਹੋ ਜਾਂਦੇ ਹੈ। ਤੁਸੀਂ 15 ਦਿਨ ਸੇਵਾ ਕਰ ਲਓ ਤੁਹਾਡੀ ਸੋਭਾ ਹੁੰਦਾ ਭੈਣ। ਜਿੱਥੇ ਤੁਹਾਨੂੰ ਕੋਈ ਘਰੇ ਨਹੀਂ ਵੜਨ ਦਿੰਦਾ, ਬੁਲਾਉਂਦਾ ਨਹੀਂ, ਨਗਰ 'ਚ ਤੁਹਾਨੂੰ ਕਹਿਣਗੇ ਭੈਣ ਜੀ ਆ ਜਾਓ ਕਿਤੇ, ਵੈਗਰੂ ਆ ਜਾਓ ਕਿਤੇ, ਹੋਈ ਕਿ ਨਹੀਂ ਸੋਭਾ। ਪਰ ਇਹਦੀ ਸੇਵਾ ਕੀਤੀ ਨਹੀਂ ਜਾਂਦੀ। ਕਰਕੇ ਵੇਖ ਲਓ ਪਿਆਰਿਓ, ਧੰਨ ਧੰਨ ਤੁਸੀਂ ਵੀ ਕਹਾਓਗੇ। ਸੋ ਗੁਰੂ ਪਾਤਸ਼ਾਹ ਦਰਵਾਜ਼ਾ ਖੋਲ ਦਿਓ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਦੇ ਮਾਲਕ ਨੇ। ਸਤਿਗੁਰੂ ਮਹਾਰਾਜ ਜੀ ਦੇ ਬਾਬਤ ਕਹਿੰਦੇ ਭਾਈਆ ਜੈ ਰਾਮ ਜੀ ਨੂੰ ਚੁਗਲਾਂ ਨੇ ਘਰੇ ਆ ਕੇ ਅੰਦਰ ਬਿਠਾ ਕੇ ਕੁਝ ਬਚਨ ਕੀਤੇ ਹਨ, ਤੇ ਉਸ ਵੇਲੇ ਜੋ ਬਚਨ ਹੋਏ ਸਨ ਕਹਿਣ ਲੱਗੇ ਵੀ ਸਾਰਾ ਖਰਚਾ ਤੈਨੂੰ ਪੈ ਜਾਣਾ। ਨਾਨਕ ਤਾਂ ਲਟਾਈ ਜਾਂਦਾ, ਜਦੋਂ ਹਿਸਾਬ ਹੋਇਆ ਤੇ ਤੂੰ ਤਾਂ ਘਰ ਬੂਆ ਵੇਚ ਕੇ ਵੀ ਨਹੀਂ ਛੁੱਟਣਾ, ਕਿਉਂਕਿ ਇੰਨਾ ਜ਼ਿਆਦਾ ਖਜ਼ਾਨਾ ਵਰਤਾ ਦਿੱਤਾ ਉਹਨੇ। ਇਸ ਕਰਕੇ ਮੇਰੇ ਹਜ਼ੂਰ ਪਾਤਸ਼ਾਹ ਮਹਾਰਾਜ ਜੀ ਦੇ ਬਾਬਤ ਉਹਨਾਂ ਬਚਨ ਕੀਤੇ। ਤੋ ਇਸ ਕਰਕੇ ਮਹਾਰਾਜ ਜੀ ਨੂੰ ਕਹਿਣਾ ਕੀਤਾ ਦੀਰਘ ਦਰਸ਼ੀ ਜੇ ਮਤਵਾਨਾ, ਕਹਿੰਦੇ ਜੇ ਉਹ ਦੂਰ ਦ੍ਰਿਸ਼ਟੀ ਵਾਲਾ ਹੈ, ਸਿਆਣਾ ਹੈ, ਤੇ ਫਿਰ ਇਹ ਨੁਕਸਾਨ ਕਿਉਂ ਕਰਦਾ ਹੈ। ਕਰੇ ਨਾ ਆਸ ਪ੍ਰਕਾਰ ਧਨ। ਉਹ ਕਹਿੰਦੇ ਹਨ ਕਿ ਜੇ ਸਿਆਣੀ ਮੱਤ ਹੋਵੇ ਤੇ ਬਚਾਈਦੇ ਆ ਪੈਸੇ, ਪਰ ਇਹ ਤੇ ਬੇਸਮਝ ਲੱਗਦਾ। ਇਹ ਤਾਂ ਪੈਸੇ ਲੈਂਦਾ ਹੀ ਨਹੀਂ ਕਿਸੇ ਤੋਂ, ਜੀਤੋਂ ਲੈ ਲੈਂਦਾ ਉਹਨੂੰ ਵਾਪਸ ਨਹੀਂ ਦਿੰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਹੀ ਆ ਗੁਰੂ ਦਾ ਹੱਥ ਵੀ ਜੇ ਕੋਈ ਵੱਡਾ ਲੋਕ ਆਇਆ ਤੇ ਮਹਾਰਾਜ ਦਾ ਚਿਹਰਾ ਹੀ ਇੰਨਾ ਸੁੰਦਰ ਸੀ, ਮਹਾਰਾਜ ਦੀ ਦ੍ਰਿਸ਼ਟੀ ਵੀ ਇੰਨੀ ਪਿਆਰ ਭਰੀ ਸੀ ਵੀ ਜੇ ਕਿਸੇ ਨੇ 200 ਦਾ ਸੌਦਾ ਲੈਣਾ ਤੇ 1000 ਦਿੱਤਾ ਨਾ, ਤੇ ਗੁਰੂ ਨਾਨਕ ਸਾਹਿਬ ਜੀ ਉੱਤੇ ਨਜ਼ਰ ਹੀ ਇੱਦਾਂ ਦੀ ਕਰ ਦਿੰਦੇ ਸੀ, ਉਹਦੀ ਮੰਗਣ ਦੀ ਸਮਰੱਥਾ ਹੀ ਮੁੱਕ ਜਾਂਦੀ ਸੀ। ਜਾਣੀ ਦ੍ਰਿਸ਼ਟੀ ਕਰਨੀ ਗੁਰੂ ਨੇ। ਬੰਦਾ ਦਾਨ ਕਰੇ ਨਾ ਤੇ ਕਰੇ ਭਾਵੇਂ 2 ਦਾ ਨਾ ਕਰੇ, ਤੇ ਜਦੋਂ ਉਹਨੇ ਦ੍ਰਿਸ਼ਟੀ ਕਰਤੀ 2 ਲੱਖ ਦਾ ਵੀ ਕਰਾ ਲੈਂਦਾ। ਕਈ ਵਾਰ ਇੱਦਾਂ ਵੀ ਹੋ ਜਾਂਦਾ ਜੀ, ਬੰਦਾ 1 ਰੁਪਈਏ ਤੋਂ ਕਈ ਵਾਰੀ ਕਹਿੰਦਾ ਵੀ ਦੇ ਦਈਏ ਕਿ ਰਹਿਣ ਦਈਏ,
ਜਿਵੇਂ ਆਪਾਂ ਜਲੰਧਰ ਜਾਵਾਂਗੇ ਤੇ ਲਾਈਟ ਆ ਜਾਂਦੀ ਨਾ ਜਿੱਥੇ ਚੌਂਕ 'ਚ, ਤੇ ਉਹ ਉੱਥੇ ਮੰਗਤੇ ਆਪਣੇ ਆਪ ਹੀ ਗੱਡੀਆਂ ਦੇ ਕੋਲੇ ਆ ਕੇ ਇੱਦਾਂ ਕਰਦੇ, ਤੇ ਉਹ ਕਿਹੜਾ ਕਿਤੇ ਦੇ ਦੇ ਹਾਂ, ਤੇ ਉੱਥੇ ਬੰਦਾ ਕਹਿੰਦਾ ਵੀ ਨਹੀਂ, ਤੇ ਜਦੋਂ ਕਿਤੇ ਖੁਸ਼ੀ 'ਚ ਦੇਣ ਤੇ ਆਉਂਦਾ ਹੈ ਤਾਂ 2 ਲੱਖ ਵੀ ਸੇਵਾ ਪਾ ਦਿੰਦਾ। ਇਹ ਤੇ ਮਹਾਰਾਜ ਦੀ ਦ੍ਰਿਸ਼ਟੀ ਕਹਿੰਦੇ ਇੰਨੀ ਵੱਡੀ ਹੈ ਕਿ ਜਿਹੜਾ ਵੱਡੇ ਨੋਟ ਲੈ ਕੇ ਆਉਂਦਾ ਤੇ ਮਹਾਰਾਜ ਦੀ ਦ੍ਰਿਸ਼ਟੀ ਇੱਦਾਂ ਦੀ ਪਾ ਦਿੰਦੇ, ਉਹ ਕਹਿੰਦੇ ਮਹਾਰਾਜ ਜੀ ਬਕਾਇਆ ਮੈਂ ਲੈਣਾ ਹੀ ਨਹੀਂ। ਸਾਧ ਸੰਗਤ ਅੱਜ ਵੀ ਤੁਸੀਂ ਲੰਗਰ ਸ਼ੁਰੂ ਕਰ ਲਓ, ਕਮੀ ਨਹੀਂ ਆਊਗੀ। ਪਾਣੀ ਦੀ ਛਬੀਲ ਲਾ ਲਓ ਨਾ ਤੁਸੀਂ, 5 ਕਿਲੋ ਖੰਡ ਲੈ ਆਓ, ਪਾਣੀ ਦੇ ਵਿੱਚ ਘੋਲ ਕੇ ਅੱਧਾ ਕਿਲੋ ਨਿੰਬੂ ਪਾ ਲਓ, ਤੇ ਲਾਗੇ ਟੋਕਰੀ ਰੱਖ ਦਿਓ, ਪੂਰੀ ਛਬੀਲ ਭੁਗਤ ਕੇ ਵੀ 4 ਬੋਰੀਆਂ ਖੰਡ ਤੇ 25,000 ਰੁਪਈਆ। ਕਿੰਨੇ ਲਾਇਆ ਉਹਨੇ? ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਅੱਜ ਵੀ ਦਾਨ ਪੁੰਨ ਕਰਕੇ ਤੇ ਵੇਖੋ ਮਹਾਰਾਜ ਆਪ ਵਰਤਦੇ ਆ। ਕਿਉਂਕਿ ਭਾਈ ਮਰਦਾਨਾ ਜੀ ਨੇ ਇੱਕ ਦਿਨ ਮਹਾਰਾਜ ਕੋਲ ਬੈਠੇ ਬੈਠੇ ਸਵਾਲ ਕੀਤਾ, ਕਹਿੰਦੇ ਮਹਾਰਾਜ ਇੱਕ ਬਚਨ ਪੁੱਛਾਂ, ਤੂੰ ਮੇਰਾ ਮੁਰਸ਼ਦ ਵੀ ਹੈ ਤੇ ਮੇਰਾ ਵੀਰ ਵੀ ਹੈ, ਪਰ ਅੱਜ ਮੈਨੂੰ ਸੱਚ ਬਤਾਈ, ਅਸਾਂ ਤੁਸਾਂ ਚ ਕਾਏ ਫਰਕ ਨਾਹੀਂ, ਤੂੰ ਅਸਾਂ ਤੋਂ ਕੁਝ ਲੁਕਾਏ ਨਾਹੀਂ, ਨਾਨਕ ਜੀ ਸੱਚ ਦੱਸ ਦੇਵੀਂ। ਮਹਾਰਾਜ ਕਹਿੰਦੇ ਪੁੱਛ ਮਰਦਾਨਾ, ਅਸਾਂ ਤੁਸਾਂ ਤੋਂ ਕਾਏ ਲੁਕਾਇਆ ਨਾਹੀਂ। ਤੇ ਮੇਰੇ ਪਾਤਸ਼ਾਹ ਨੂੰ ਕਹਿੰਦੇ ਇੱਕ ਗੱਲ ਦੱਸੀ, ਤੂੰ ਮੇਰੇ ਨਾਲ ਉਜਾੜਾਂ ਦੇ ਵਿੱਚ, ਕੰਦਰਾਂ ਵਿੱਚ, ਜੰਗਲਾਂ ਵਿੱਚ ਰਹਿਣਾ ਏ, ਤੈਨੂੰ ਭੁੱਖ ਨਹੀਂ ਲੱਗਦੀ? ਤੂੰ ਕਦੇ ਨਹੀਂ ਆਖਿਆ ਮਰਦਾਨਿਆ ਮੈਨੂੰ ਭੁੱਖ ਲੱਗੀ ਕੋਈ ਛਕਾ ਲਿਆ ਕੇ। ਮੈਂ ਹੀ ਕਹਿੰਦਾ, ਜਦੋਂ ਮੈਂ ਹੀ ਕਹਿੰਦਾ ਨਾ ਤੂੰ ਪਿਆਸ ਹੀ ਲੱਗਦੀ ਤੈਨੂੰ। ਮਹਾਰਾਜ ਕਹਿੰਦੇ ਕੋਈ ਨਹੀਂ, ਭਲੀ ਬਾਤ ਕੀਤੀ, ਕਿਤੇ ਫਿਰ ਦੱਸਾਂਗੇ। ਮਰਦਾਨਾ ਕਹਿੰਦਾ ਮੈਂ ਨਹੀਂ ਤੁਰਦਾ, ਮੈਨੂੰ ਜਵਾਬ ਦੇ, ਮੈਂ ਫਿਰ ਅੱਗੇ ਜਾਣਾ। ਮਹਾਰਾਜ ਕਹਿੰਦੇ ਫੇਰ ਦੱਸਾਂਗੇ, ਕਿਉਂਕਿ ਗੁੱਜੀ ਬਚਨ ਨਹੀਂ ਕਰਨਾ ਚਾਹੀਦਾ। ਤੁਸੀਂ ਬੰਦਗੀ ਕਰਦੇ, ਸੇਵਾ ਕਰਦੇ ਨਾ, ਆਪਣੇ ਦਿਲ ਦੀ ਬਾਤ ਨਾ ਕਿਸੇ ਨੂੰ ਦੱਸੋ। ਸਿਆਣਿਆਂ ਦਾ ਕਥਨ ਹੈ, ਭੋਜਨ, ਭਜਨ, ਖਜ਼ਾਨਾ ਤੇ ਨਾਰੀ, ਇਹ ਚਾਰੇ ਪੜਦੇ ਦੇ। ਇਹ ਜਿੰਨਾ ਚਿਰ ਪੜਦੇ 'ਚ ਤੁਹਾਡੀ ਇੱਜ਼ਤ ਬਣੀ, ਪੜਦਾ ਖੁੱਲ ਗਿਆ ਤੇ ਰੁੱਲ ਜਾਓਗੇ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਰਦਾਨੇ ਤਾਂ ਭਲੀ ਬਾਤ ਪੁੱਛੀ, ਪਰ ਅੱਜ ਨਹੀਂ ਅਸਾਂ ਦੱਸਣੀ। ਮਰਦਾਨਾ ਕਹਿੰਦਾ ਫਿਰ ਆਹ ਰਬਾਬ ਪਕੜੋ ਤੇ ਮੈਨੂੰ ਵਿਦਾ ਕਰੋ। ਉਹ ਵੀ ਫਿਰ ਪ੍ਰੇਮ ਸੀ। ਮਹਾਰਾਜ ਕਹਿੰਦੇ ਫਿਰ ਅੱਗੇ ਤਾਂ ਨਹੀਂ ਦੱਸੇਗਾ? ਕਹਿੰਦਾ ਜੀ ਨਹੀਂ ਦੱਸਦਾ। ਮਹਾਰਾਜ ਕਹਿੰਦੇ ਦਰਅਸਲ ਦੇ ਵਿੱਚ ਨਾ, ਜਦੋਂ ਕੋਈ ਭਾਵਨਾ ਨਾ ਕਿਸੇ ਨੂੰ ਜਲ ਛਕਾਉਂਦਾ ਨਾ, ਉਦੋਂ ਮੇਰੀ ਪਿਆਸ ਬੁੱਝ ਜਾਂਦੀ ਹੈ। ਜਦੋਂ ਕੋਈ ਭਾਵਨਾ ਨਾ ਕਿਸੇ ਨੂੰ ਪ੍ਰਸ਼ਾਦਾ ਛਕਾਉਂਦਾ, ਉਦੋਂ ਮੇਰੀ ਭੁੱਖ ਪੂਰੀ ਹੋ ਜਾਂਦੀ ਹੈ। ਜਦੋਂ ਕੋਈ ਭਾਵਨਾ ਨਾ ਕਿਸੇ ਗਰੀਬ ਨੂੰ ਉਠਾਉਂਦਾ ਏ, ਉਹਦਾ ਸਾਥ ਦਿੰਦਾ ਏ, ਉਦੋਂ ਮੇਰੇ ਅੰਦਰ ਨੂੰ ਤ੍ਰਿਪਤੀ ਮਿਲਦੀ ਹੈ। ਕਿਉਂਕਿ ਰੱਬ ਸੀ ਨਾ, ਉਹ ਮਨੁੱਖ ਨਹੀਂ ਨਾ। ਤੇ ਰੱਬ ਉਦੋਂ ਹੀ ਖੁਸ਼ ਹੁੰਦਾ, ਕਰ ਭਲਾ ਹੋ ਭਲਾ ਅੰਤ ਭਲੇ ਦਾ। ਇਸ ਕਰਕੇ ਮੇਰੇ ਸੱਚੇ ਪਾਤਸ਼ਾਹ ਮਹਾਰਾਜ ਜੀ ਕੋ ਕਈ ਰੂਹਾਂ ਆਉਂਦੀਆਂ, ਵੱਡੇ ਲੋਕ, ਤੇ ਉਹ ਜਦੋਂ ਵੇਂਦੇ ਇੱਦਾਂ ਵੀ ਰੋਂਦੇ ਕਰਲਾਉਂਦੇ, ਲੰਗੇ ਭੜੰਗੇ ਲੋਕੀ ਮਹਾਰਾਜ ਦੇ ਹੱਟ ਦੇ ਅੱਗੇ ਬੈਠੇ ਐ, ਤੇ ਜਿਨ੍ਹਾਂ ਨੂੰ ਰੱਬ ਨੇ ਘਰ ਵੀ ਵੱਡਾ ਦਿੱਤਾ ਤੇ ਦਿਲ ਵੀ, ਉਹ ਫਿਰ ਕੀ ਕਰਦੇ ਆ ਵੀ ਜੇ 1000 ਦਾ ਸੌਦਾ ਲਿਆ ਤੇ 9-9 ਗੁਰੂ ਨਾਨਕ ਦੀ ਝੋਲੀ 'ਚ ਉੱਦਾਂ ਹੀ ਪਾ ਜਾਂਦੇ, ਉੱਦਾਂ ਹੀ ਪਾ ਜਾਂਦੇ। ਬਹੁਤ ਰੂਹਾਂ ਪਰੇ ਤੋਂ ਪਰੇ ਪਈਆਂ। ਬਾਬਾ ਨਿਧਾਨ ਸਿੰਘ ਨੇ ਸ਼ੁਰੂ ਕੀਤਾ ਸੀ ਚੁੱਲ੍ਹਾ ਬਾਲ ਕੇ, ਪਾਈਆ ਆਟਾ ਰਿੰਨਿਆ ਪਕਾਇਆ ਸੀ, ਮਹਾਰਾਜ ਸੱਚੇ ਪਾਤਸ਼ਾਹ ਨੂੰ ਛਕਾਇਆ, ਤੇ ਮਹਾਰਾਜ ਨਿਹੰਗ ਸਿੰਘ ਦੇ ਰੂਪ 'ਚ ਮਿਲੇ ਸੀ। ਮਹਾਰਾਜ ਸਾਹਿਬ ਜੀ ਨੂੰ ਕਹਿੰਦੇ ਜੀ ਇਹ ਤੇ ਥੋੜ੍ਹਾ ਏ। ਕਹਿਣ ਲੱਗੇ ਪਿਆਰਿਆ ਮੇਰਾ ਜੀ ਕਰਦਾ ਖੁੱਲ੍ਹਾ ਵਰਤਾਵਾਂ। ਕਹਿੰਦੇ ਬਸ ਤੂੰ ਹੱਥ ਖੁੱਲ੍ਹਾ ਰੱਖੀ ਤੇ ਗੁਰੂ ਰਾਸ਼ਨ ਖੁੱਲ੍ਹਾ ਰੱਖੂਗਾ। ਅੱਜ ਵੀ ਉੱਥੇ ਘਿਓ ਦੇ, ਦੇਸੀ ਘਿਓ ਦੇ ਲੰਗਰ ਹੈ। ਹਾਂਜੀ ਆਪਾਂ ਤਾਂ ਇੱਕ ਪ੍ਰੋਗਰਾਮ ਕਰਾਈਏ ਤੇ ਹੱਥ ਖੜੇ ਹੋ ਜਾਂਦੇ ਹੈ। ਤੋ ਇਸ ਕਰਕੇ ਕਈ ਐਗਜ਼ੈਂਪਲ ਹੈ, ਬਹੁਤ ਕੁਝ ਹੈ ਤੁਹਾਡੀ ਉਦਾਹਰਨ ਵਾਸਤੇ, ਜਿੰਨੇ ਮੰਨਣਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਰਹਿ ਨਾ ਇਸ ਪ੍ਰਕਾਰ ਤਨ, ਜੇ ਸਿਆਣਾ ਏ ਤੇ ਫਿਰ ਇਸ ਤਰ੍ਹਾਂ ਲੁਟਾਈ ਕਿਉਂ ਜਾਂਦਾ ਹੈ। ਬਾਲ ਸਖਾਈ ਕੋ ਲਖ ਮੀਤਾ, ਔਰ ਕਹਿੰਦੇ ਹਨ ਆਪਣੇ ਮਿੱਤਰਾਂ ਦੇ ਉਲਟ ਜਾਂਦਾ। ਇਹਦੇ ਨਾਲ ਦੇ ਜਿੰਨੇ ਵੀ ਮਿੱਤਰ ਹਨ ਉਸ ਉਮਰ ਦੇ ਸਾਰੇ ਸਿਆਣੇ ਨੇ, ਕਮਾਉਂਦੇ ਨੇ, ਪਰ ਇਹ ਤਾਂ ਕਿਸੇ ਨਾਲ ਰਲਦਾ ਹੀ ਨਹੀਂ ਹੈ। ਹੋਤ ਹੇਤ
ਔਰ ਇਸ ਕਰਕੇ ਕਹਿੰਦੇ ਹਨ ਕਿ ਅਸੀਂ ਤੇਰੇ ਹਿੱਤ ਵਾਸਤੇ ਭਾਈਆ ਜੈ ਰਾਮ ਨੂੰ ਚੁਗਲੀ ਕਰਨ ਦੇ। ਤੇ ਮਹਾਰਾਜ ਦੀ ਬਾਣੀ ਕਹਿੰਦੀ ਹੈ, ਨਿੰਦਕ ਕਾ ਮੂੰਹ ਕਾਲਾ ਹੁਆ ਦੀਨ ਦੁਨੀਆ ਕੈ। ਮੇਰੀਓ ਭੈਣੋ ਤੇ ਵੀਰੋ, ਗੁਰੂ ਕੀ ਸੰਗਤ ਜੀ, ਸਭ ਤੋਂ ਮਾੜੀ ਚੀਜ਼ ਹੈ ਨਿੰਦਿਆ ਚੁਗਲੀ। ਇਹਦੀ ਬਹੁਤ ਮਾੜੀ ਸਜ਼ਾ ਮਿਲਦੀ ਹੈ। ਮਹਾਰਾਜ ਦੀ ਬਾਣੀ ਕਹਿੰਦੀ ਜਿਹੜਾ ਕਿਸੇ ਦੇ ਘਰ ਦੀ, ਕਿਸੇ ਦੀ ਗੰਦਗੀ, ਕਿਸੇ ਦੀਆਂ ਗੱਲਾਂ ਫਰੋਲਦਾ ਰਹਿੰਦਾ ਹੈ ਤੇ ਉਹਦਾ ਜਨਮ ਫਿਰ ਜਦੋਂ ਮਰ ਜਾਂਦਾ ਤੇ ਸੂਰ ਦਾ ਹੁੰਦਾ। ਸੂਰ ਦਾ ਕੀ ਕੰਮ ਹੈ? ਸ਼ਹਿਰ ਦੀ ਗੰਦਗੀ ਖਾਣੀ। ਤੋ ਫਿਰ ਇਸ ਕਰਕੇ ਮਹਾਰਾਜ ਕਹਿੰਦੇ ਜਦੋਂ ਮਰ ਜਾਂਦਾ ਚੁਗਲ ਨਿੰਦਕ ਤੇ ਉਹਨੂੰ ਫਿਰ ਭਾਵੇਂ ਖੰਡ ਪਾਠ ਤੇ 2 ਘੰਟੇ ਕੀਰਤਨ ਕਰ ਲਓ, ਭਾਵੇਂ 4 ਸਿੰਘ ਸਾਹਿਬ ਸੱਦ ਲਓ, ਗੁਰਬਾਣੀ ਕਹਿੰਦੀ ਕਰਮੀ ਆਪੋ ਆਪਣੀ, ਜੈਸਾ ਬੀਜੈ ਕਰਮਾ। ਬਾਣੀ ਸਾਰੀ 3 ਦਿਨ ਇਹੋ ਹੀ ਚੱਲਣ ਦਈ ਹੈ ਕਿ ਜਿਹੜਾ ਬੀਜੇਗਾ। ਚਲੋ ਠੀਕ ਹੈ, ਮਹਾਰਾਜ ਚੰਗੇ ਬੰਨੇ ਲਾਗੇ ਵੀ ਰੋਣ ਦੀ ਬਜਾਏ ਕਥਾ ਕੀਰਤਨ ਸੁਣ। ਕੀਰਤਨ ਕਥਾ ਜਿਉਂਦਿਆਂ ਵਾਸਤੇ ਆ, ਮਰੇ ਨੇ ਥੋੜਾ ਸੁਣਨਾ। ਉਹਦੇ ਮਹਾਰਾਜ ਕਹਿੰਦੇ ਵੀ ਆ ਜਿਹੜੇ ਆਏ ਭੋਗ ਤੇ ਸਿਆਣੇ ਬਣ ਜਾਣ। ਉਹਦਾ ਤੇ ਪੈ ਗਿਆ ਤੇ ਅਸੀਂ ਕਹੀ ਜਾਂਦੇ ਬਾਪੂ ਦਾ ਭੋਗ। ਬਾਪੂ ਦਾ ਭੋਗ ਥੋੜਾ, ਭੋਗ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਿਆ। ਹਾਂਜੀ, ਇਸ ਕਰਕੇ ਉਹਦੀ ਫੋਟੋ ਅੱਗੇ ਰੱਖੀ ਹੁੰਦੀ ਹੈ। ਜਿਹੜਾ ਕਦੇ ਸੰਗਰਾਂਦ ਤੇ ਨਹੀਂ ਆਇਆ ਤੇ ਹੁਣ ਅੱਗੇ ਬੈਠੀ ਫੋਟੋ ਕੀ ਕਰੂਗੀ? ਉੱਥੇ ਨਹੀਂ ਨਾ ਮੈਂ ਕਹਿ ਸਕਦਾ, ਇੱਥੇ ਕਹਿ ਦਈਦਾ ਆਖੋ ਸਤਿਨਾਮ। ਹਾਂ, ਉੱਥੇ ਸਰੋਪਾ ਪੈ ਜਾਣਾ ਉਸੇ ਵੇਲੇ ਹੀ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਮਾਲਕ ਹੈ, ਦਇਆ ਦੇ ਦਾਤੇ ਹੈ। ਮੇਰੇ ਸਤਿਗੁਰੂ ਬਹੁਤ ਕੁਝ ਦੇ ਰਿਹਾ, ਜਿਹੜਾ ਲੈਂਦਾ ਪ੍ਰਾਪਤ ਕਰ ਲੈਂਦਾ। ਤੋ ਇਸ ਕਰਕੇ ਮਹਾਰਾਜ ਕਹਿੰਦੇ ਸਭ ਤੋਂ ਮਾੜੀ ਚੀਜ਼ ਹੈ ਤੂੰ ਕੋਈ ਪਾਠ ਨਾ ਕਰ, ਕੋਈ ਸੇਵਾ ਨਾ ਕਰ, ਕੁਛ ਨਾ ਕਰ, ਚੁੱਪ ਕਰਕੇ ਆਪਣਾ ਕੰਮ ਕਰ, ਤੇਰੀ ਭਗਤੀ ਹੈ। ਸਭ ਤੋਂ ਵੱਡਾ ਗੁਨਾਹ ਵਾ ਚੁਗਲੀ ਤੇ ਨਿੰਦਿਆ, ਜਿਹੜੀ ਆਪਣੇ ਪੰਜਾਬੀਆਂ ਕੋਲ ਟੋਕਰੇ ਭਰ ਕੇ ਆ। ਬਾਹਰ ਲੋਕਾਂ ਕੋਲ ਘੱਟ ਤਾਂ ਕਿਉਂਕਿ ਉੱਧਰ ਕੰਮ ਜ਼ਿਆਦਾ, ਉਹ ਕੰਮ 'ਚ ਬਿਜੀ ਰਹਿੰਦੇ, ਟਾਈਮ ਹੀ ਨਹੀਂ ਕਿਸੇ ਕੋਲ ਘਰੇ ਬਹਿਣ ਦਾ। ਤੇ ਬਹਿਣਗੇ ਤੇ ਚੁਗਲੀਆਂ ਕਰਨਗੇ ਤੇ ਆਪਣੇ ਟੋਟਲੀ ਵਿਹਲੇ ਆ। ਇੱਥੇ ਸਾਰੇ ਫ੍ਰੀ ਆ ਤੇ ਫਿਰ ਨਾ ਆ ਜਿਓ ਭੈਣੇ ਤੁਸੀਂ ਬਵਾਂਗੇ ਝੱਟ ਤੇ ਬਹਿ ਕੇ ਕਿਹੜਾ ਸੁਖਮਨੀ ਸਾਹਿਬ ਪੜ੍ਹਨਾ ਜਾਂ ਗੁਰਮਤ ਗੱਲਾਂ ਕਰਨੀਆਂ, ਪਿੰਡ ਦਾ ਗੰਦ ਫਰੋਲਣਾ। ਤੋ ਇਸ ਕਰਕੇ ਕਈ ਤਾਂ ਗੁਰੂ ਘਰ ਵੀ ਆ ਕੇ ਬੈਠੇ ਨੇ, ਫਿਰ ਕਈ ਦਾ ਭਰਾਵਾ ਇੱਥੇ ਤੇ ਰਹਿਣ ਦਿਓ। ਤੋ ਮਹਾਰਾਜ ਸਾਹਿਬ ਗੁੱਸਾ ਨਾ ਕਰਿਓ, ਬਾਣੀ ਅਰਥ ਕਰਦੀ। ਬਾਣੀ ਕਹਿੰਦੀ ਚੁੱਪ ਰਿਹਾ ਕਰ, ਜਿੱਥੇ ਬੋਲਣ ਹਾਰੀਏ ਤਿੱਥੇ ਤੂੰ ਕਿਸੇ ਦੀ ਬੁਰਿਆਈ ਨਾ ਕਰ, ਨਾ ਕਰ। ਅਗਲਾ ਫਰੀ ਹੁੰਦਾ ਜਾਂਦਾ ਤੇ ਤੂੰ ਡੁੱਬ ਜਾਣਾ ਹੀ। ਗੁਰਬਾਣੀ ਚਾਹੁੰਦਾ ਨਾ ਅਜੇ ਸਰੋਵੈ ਭੀਖਿਆ ਖਾਏ ਐਸੀ ਦਰਗਹਿ। ਉਹਨੇ ਲਿੱਦ ਪਾਈ ਸੀ ਤੇ ਉਹ ਕਹਿੰਦੇ ਖਾ ਹੁਣ। ਕਹਿੰਦਾ ਕਿੱਦਾਂ ਖਾਵਾਂ? ਕਹਿੰਦੇ ਪਾਈ ਕਿੰਨੇ ਆ? ਹਾਂਜੀ, ਭਾਈ ਵੀ ਤੇ ਤੂੰ ਛਾਬਾ ਭਰ ਕੇ ਖਾ। ਕਹਿੰਦਾ ਮੇਰੇ ਤੋਂ ਖਾਧੀ ਨਹੀਂ ਜਾਣੀ। ਕਹਿੰਦੇ ਫਿਰ ਕੋਈ ਹੱਲ ਦੱਸੋ ਮਹਾਂਪੁਰਖੋ, ਦੁਨੀਆ 'ਚ ਕਿਹੜੀ ਚੀਜ਼ ਜਿਹਦਾ ਹੱਲ ਹੈ ਨਹੀਂ? ਸਾਧੂ ਕਹਿੰਦੇ ਹੱਲ ਹੈਗਾ, ਆਪਣੀ ਚੁਗਲੀ ਕਰਾ ਨਿੰਦਿਆ। ਜਿੰਨੇ ਵੀ ਲੋਕ ਤੇਰੀ ਮੈਲ ਧੋਣਗੇ ਤੇ ਤੇਰੀ ਲਿੱਦ ਮੁੱਕ ਜੂ ਜਾਣੀ, ਤੇਰੇ ਹਿੱਸੇ ਦੀ ਲਿੱਦ ਉਹ ਖਾਣਗੇ। ਤੇ ਇਸ ਕਰਕੇ ਸਿਆਣੇ ਬਣੀਏ, ਆਪਾਂ ਲਿੱਦ ਬੜੀ ਖਾਧੀ ਲੋਕਾਂ ਦੀ, ਕਿਉਂਕਿ ਲੋਕੀ ਕਰਮ ਕਰਦੇ ਚੰਗੇ ਮਾੜੇ, ਆਪਾਂ ਨੂੰ ਕੀ ਲੱਗੇ ਜਿਹੜਾ ਕਰੂ ਆਪੇ ਭਰੂ। ਹਾਂਜੀ, ਅੱਜ ਵੀ ਸਵੇਰੇ ਬਾਬਾ ਫਰੀਦ ਸਾਹਿਬ ਦੇ ਸਲੋਕਾਂ ਦੀ ਕਥਾ ਚੱਲਦੀ। ਉੱਥੇ ਸਲੋਕ ਆਇਆ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ। ਕਹਿੰਦੇ ਜੇ ਤੈਨੂੰ ਪਤਾ ਨਾ ਸਿਆਣਾ ਹੈ ਤੂੰ, ਕਾਲੇ ਲੇਖ ਨਾ ਲਿਖੀ। ਆਪਨੜੇ ਗਰੀਵਾਨ ਮੈਂ ਸਿਰ ਨੀਵਾ। ਕਹਿੰਦੇ ਤੂੰ ਆਪਣੇ ਅੰਦਰ ਹੀ ਵੇਖੀ ਜਾਇਆ ਕਰ, ਅੰਦਰ ਹੀ ਵੇਖੀ ਜਾਇਆ ਕਰ। ਤੇ ਆਪਣਾ ਸੁਭਾਅ ਆਪਾਂ ਬਾਹਰ ਵੇਣੇ, ਦੂਜਿਆਂ ਦੇ ਘਰਾਂ 'ਚ ਦੂਜੇ ਵੱਲ ਜ਼ਿਆਦਾ ਤੱਕਦੇ ਆ, ਆਪਣੇ ਅੰਦਰ। ਤਾਂ ਕਰਕੇ ਆਪਾਂ ਨੂੰ ਲੱਗਦਾ ਵੀ ਸਾਰੇ ਬੁਰੇ ਆ ਤੇ ਮੈਂ। ਤੇ ਬਾਬਾ ਬੁੱਲੇ ਸ਼ਾਹ 70-80 ਸਾਲ ਬੰਦਗੀ ਕੀਤੀ। ਉਹਨਾਂ ਨੂੰ ਕਿਸੇ ਨੇ ਕਿਹਾ, ਬੁੱਲਿਆ ਤੂੰ ਇੰਨਾ ਪਾਠ ਕਰਦਾ, ਸਾਰੀ ਦੁਨੀਆ ਦਾ ਤੇ ਬੇੜਾ ਹੀ ਬਹਿ ਚਲਿਆ, ਇਹ ਤੇ ਪਾਪ ਕਰੀ ਜਾਂਦੇ। ਤੇ ਉਹਨੇ ਪਤਾ ਕੀ ਆਖਿਆ ਸੀ? ਕਹਿੰਦੇ ਨਾ ਨਾ ਨਾ, ਗੁਰੂ ਅਰਜਨ ਸਾਹਿਬ ਮਹਾਰਾਜ ਦੇ ਬੋਲ ਹੈ, ਹਮ ਨਹੀਂ ਚੰਗੇ। ਇੰਨੀ ਨਿਮਰਤਾ ਮੇਰੇ ਗੁਰੂ ਅਰਜਨ ਸਾਹਿਬ, ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਬੰਨ ਕੇ ਤੇ ਮਗਰੋਂ ਆ ਕੇ ਕਹਿੰਦੇ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ। ਇਸ ਕਰਕੇ ਬੁੱਲੇ ਸ਼ਾਹ ਕਹਿੰਦੇ ਬੁਰੇ ਬੰਦੇ ਮੈਂ ਲੱਭਣ, ਮੈਨੂੰ ਬੁਰਾ ਨਾ ਲੱਭਾ।
ਕੋਈ। ਜਦ ਮੈਂ ਆਪਣੇ ਅੰਦਰ ਵੇਖਿਆ ਮੇਥੋਂ ਬੁਰਾ। ਬਸ ਆ ਗਾਇਓ, ਇਹਨਾਂ ਨੂੰ ਚੇਤੇ ਵੀ ਰੱਖੋ, ਧਾਰਨ ਕਰ ਲਓ ਆਪਣੇ ਆਪ ਤੇ ਕਿ ਸਾਰਿਆਂ ਤੋਂ ਮਾੜਾ ਤੇ ਮੈਂ ਆ, ਸਾਰਿਆਂ ਤੋਂ ਵੱਧ ਪਾਪ ਕੀਤੇ ਮੈਂ, ਸਾਰਿਆਂ ਤੋਂ ਕੁਕਰਮੀ ਮੈਂ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਅਵਸਥਾ ਲਿਆ ਆਨੰਦ ਲਵੇਗਾ। ਹਾਂਜੀ, ਤੋ ਇਸ ਕਰਕੇ ਕਹਿੰਦੇ ਆਪਣੇ ਅੰਦਰ ਝਾਤੀ ਮਾਰ। ਆਪਾਂ ਕਿਸੇ ਤੋਂ ਕੀ ਲੈਣਾ, ਕਹਿੰਦੇ ਜਿਹੜਾ ਕਰੂ ਭਰੂਗਾ, ਆਪਾਂ ਦੇ ਆਪਦੇ ਹੀ ਭਲਾ ਕਰ ਲਈਏ ਕਿ ਮਹਾਰਾਜ ਬਖਸ਼ ਲਾ, ਹੁਣ ਬਥੇਰੇ ਕੀਤੇ ਪਾਪ ਤੇ ਹੁਣ ਢੱਕ ਲਾ ਤੂੰ। ਤੋ ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਸਭ ਤੋਂ ਵੱਧ ਸਜ਼ਾ ਮਿਲਦੀ ਨਿੰਦਕ ਨੂੰ, ਚੁਗਲੀ ਵਾਲੇ ਨੂੰ। ਤੇ ਭੈਣੋ ਵੀਰੋ, ਤੁਸੀਂ ਕਥਾ ਸੁਣਦੇ ਜੇ ਕੋਈ ਕਰੇ ਵੀ ਉਹਨੂੰ ਡੱਕ ਦਿਆ ਕਰੋ, ਉਹਨੂੰ ਕਹਿ ਦਿਆ ਕਰੋ ਮਿੰਤੀ ਹੈ, ਸਾਡੇ ਘਰ 'ਚ ਕਿਸੇ ਦੀ ਗੱਲ ਨਾ ਭੈਣੇ ਕਰੀ, ਤੂੰ ਵੀ ਨਾ ਵੀਰਾ ਕਰੀ, ਜੇ ਕੋਈ ਰੱਬ ਦੀ ਆਉਂਦੀ ਤੇ ਸੁਣਾ ਦੇ। ਵੇਖਿਓ ਕਿੰਨਾ ਰਾਸ ਆਉਂਦਾ। ਤੋ ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ ਹੈ। ਸੋ ਨਿੰਦਕ ਚੁਗਲਾ ਨੇ ਭਾਈਆ ਜੈ ਰਾਮ ਜੀ ਨੂੰ ਉਕਸਾ ਦਿੱਤਾ। ਕਹਿੰਦੇ ਆ ਵੀ ਇਹਨੂੰ ਛੇਤੀ ਭੇਜ ਦੇ ਆਪਦੇ ਪਿੰਡ, ਨਹੀਂ ਤੇ ਇਹਨੇ ਤੇਰਾ ਬਹੁਤ ਵੱਡਾ ਨੁਕਸਾਨ ਕਰ ਦੇਣਾ ਹੈ। ਸਹਿ ਨ ਸਕੇ ਹਮ ਇਹ ਮਨ ਮਾਹੀ। ਔਰ ਕਹਿੰਦੇ ਹਨ ਕਿ ਵੇਖ ਭਾਈਆ ਜੈ ਰਾਮ, ਤੇਰੇ ਨਾਲ ਸਾਡਾ ਪਿਆਰ ਆ, ਤੇ ਜੇ ਤੇਰੀ ਬੇਇੱਜ਼ਤੀ ਹੋਵੇ ਤੇ ਸਾਡੇ ਤੋਂ ਵੇਖੀ ਨਹੀਂ ਜਾਣੀ। ਇਹਨੂੰ ਕਹਿੰਦੇ ਚੰਚਲ ਬੰਦਾ, ਚਲਾਕ ਬੰਦਾ, ਵੀ ਨਾਲੇ ਕਿਸੇ ਦੇ ਘਰ ਅੱਗ ਲਾ ਦੇਣੀ ਤੇ ਨਾਲੇ ਕਹਿਣਾ ਮੈਂ ਪਤਾ ਲੈਣ ਆਇਆ। ਆਪਕੋ ਸਤਨਾਮ। ਬਹੁਤਿਆਂ ਦੇ ਕੰਮ ਏਦਾਂ ਹੀ ਹੈ। ਹਾਂਜੀ, ਸੱਸ ਨੂੰ ਕਹਿ ਦੇਣਾ ਤੇਰੇ ਤੇ ਕਰਮ ਹੀ ਮਾੜੇ, ਤੂੰ ਤੇ ਬਹੁਤੇ ਮਾੜੇ ਕਰਮ ਕੀਤੇ, ਤੈਨੂੰ ਏਦਾਂ ਦੀ ਬਹੂ ਮਿਲੀ। ਤੇ ਹੌਲੀ ਜੀ ਜਦੋਂ ਸੱਸ ਸ਼ਹਿਰ ਗਈ ਤੇ ਬਹੂ ਕੱਲੀ ਘਰੇ ਆ, ਉਹਨੂੰ ਕਹਿ ਦੇਣਾ ਨਹੀਂ ਤੂੰ ਤੇ ਰੁਲੀ ਰਹਿਨੀ ਆ, ਕਿਤੇ ਨਹਾ ਧੋ ਕੇ ਸ਼ਹਿਰ ਬਾਹਰ ਜਾਇਆ ਕਰੋ। ਕਹਿੰਦੀ ਬੀਬੀ ਕਹਿੰਦੀ ਤੂੰ ਤੇ ਮਾੜੇ ਕਰਮ ਕੀਤੇ, ਤੈਨੂੰ ਏਦਾਂ ਦੀ ਸੱਸ ਮਿਲੀ, ਕਿਤੇ ਮਰਦੀ ਨਹੀਂ। ਬੰਦਾ ਇੱਕ ਤੇ ਚੁਗਲੀਆਂ ਦੋ ਕਰ ਗਿਆ। ਜਦੋਂ ਨੌ ਘਰੇ ਨਹੀਂ ਸੀ, ਸੱਸ ਪੱਖ ਲੈ ਕੇ ਸੱਸ ਦਾ ਤੇ ਦੱਬ ਕੇ ਚਵਾਤੀ ਲਾਤੀ। ਜਦੋਂ ਉਹ ਗਈ ਸੀ ਦੂਜੀ ਘਰੇ ਸੀ, ਦੋ ਨੂੰ ਦੱਬ ਕੇ, ਤੇ ਜਦੋਂ ਦੋ ਚੀਜ਼ਾਂ, ਦੋ ਵਾਂਸ ਇੱਦਾਂ ਰਗੜਦੇ ਤੇ ਵਿੱਚੋਂ ਕੀ ਨਿਕਲਦਾ, ਅੱਗ। ਡੱਬੀ ਦੀ ਤੀਲ ਵਾਂਸ ਹੈ, ਤੇ ਜਦੋਂ ਇੱਦਾਂ ਉਹ ਮਸਾਲਾ ਰਗੜ ਕੇ ਜਦੋਂ ਸੱਸ ਤੇ ਨੌ ਨੂੰ ਚੱਕਦਾ, ਜਦੋਂ ਮੱਚ ਪਈ ਨਾ, ਮੱਚ ਪਈ, ਪੁਲਿਸ ਆ ਗਈ, ਕਚਹਿਰੀ 'ਚ ਪਹੁੰਚ ਗਏ, ਤੇ ਫਿਰ ਹੌਲੀ ਜਿਹੀ ਆ ਕੇ ਭੈਣੇ ਕਦੋਂ ਕੋ ਫੈਸਲਾ ਫਿਰ ਬੜਾ ਮਾੜਾ ਆ, ਜੇ ਤੁਹਾਡਾ ਚਾਅ ਵੀ ਨਹੀਂ ਸੀ ਲੱਥਾ। ਤੇ ਮਹਾਰਾਜ ਕਹਿੰਦੇ ਕੋਈ ਨਹੀਂ, ਆਨੰਦ ਸਾਹਿਬ ਪੜ੍ਹ ਲਿਆ ਕਰ। ਇਹ ਮਨ ਚੰਚਲਾ ਚਤੁਰਾਈ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ, ਇਹ ਮਾਇਆ ਜਨੇਤ ਮਾਇਆ ਤਾਂ ਮੋਹਣੀ ਤਨੇ ਕੀਤੀ ਜਿਨ। ਤੁਮਾਰੇ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਚਲੋ ਬੰਦਾ ਬੰਦੇ ਤੋਂ ਲੁਕਾ ਲੈਂਦਾ, ਰੱਬ ਤਾਂ ਵੇਂਦਾ ਹੀ ਹੈ, ਉਹਨੇ ਤਾਂ ਫਿਰ ਹਿਸਾਬ ਕਿਤਾਬ ਕਰਨਾ ਹੀ। ਤੇ ਇਸ ਕਰਕੇ ਪਹਿਲਾਂ ਹੀ ਤਿਆਰੀ ਰੱਖਿਆ ਕਰ। ਇਹ ਪਤਾ ਕੀ ਕਹਿੰਦੇ ਭਾਈ ਆ ਜੈ ਰਾਮ ਜੀ ਨੂੰ, ਕਹਿੰਦੇ ਸਾਡਾ ਤੇਰੇ ਨਾਲ ਪ੍ਰੇਮ, ਤੇ ਤੇਰੀ ਬੇਇੱਜ਼ਤੀ ਹੋਵੇ ਤੇ ਫਿਰ ਸਾਡੀ ਵੀ ਨਾਲ ਬੇਇੱਜ਼ਤੀ ਆ। ਯਾਨੀ ਜਿਹੜਾ ਚੁਗਲ ਹੁੰਦਾ ਉਹ ਇਸ ਤਰੀਕੇ ਨਾਲ ਕੰਮ ਕਰਦਾ ਵੀ ਅਗਲਾ ਕਵੇ ਮੇਰਾ ਹੀ ਆ, ਅਸਲ ਦੇ ਵਿੱਚ ਇਹ ਕਿਸੇ ਦਾ ਵੀ ਨਹੀਂ ਹੁੰਦਾ। ਤੋ ਇਸ ਕਰਕੇ ਮਹਾਰਾਜ ਜੀ ਦੇ ਪ੍ਰਤੀ ਜ਼ਹਿਰ ਉਗਲ ਨਾ ਕੀਤਾ। ਅਪਰ ਹੇਤ ਕੋ ਜਨ ਹੋ ਨਾਹੀ। ਕਹਿਣ ਲੱਗੇ ਇਸ ਕਰਕੇ ਇਹਨੂੰ ਤੂੰ ਕਰੋ ਆਪ, ਅਪਰ ਹੇਤ ਕੋ ਜਾਨੋ ਨਾਹੀ। ਕਹਿੰਦੇ ਇਸ ਕਰਕੇ ਸਾਡਾ ਕੰਮ ਸੀ ਸਮਝਾਉਣਾ, ਬਾਕੀ ਸਾਨੂੰ ਕੋਈ ਸਵਾਰਥ ਨਹੀਂ ਇਹਦੇ ਵਿੱਚ। ਵੇਖੋ ਚੁਗਲ ਕਿੰਨਾ ਤੇਜ਼ ਹੈ। ਕਹਿੰਦੇ ਵੀ ਤੇਰੀ ਭਲਾਈ ਹੈ, ਸਾਨੂੰ ਤੇ ਕੋਈ ਫਾਇਦਾ ਨੁਕਸਾਨ ਨਹੀਂ, ਸਾਡਾ ਤੇ ਤੇਰੇ ਨਾਲ ਪਿਆਰ ਕਰਕੇ ਤੈਨੂੰ ਦੱਸਣਾ ਕੀਤਾ। ਸਮਝਾਵਣ ਕੋ ਮਿਲ ਆਏ। ਕਹਿੰਦੇ ਸਾਰੇ ਇਕੱਠੇ ਹੋ ਕੇ ਤੈਨੂੰ ਸਮਝਾਉਣ ਆਏ ਆ, ਉਹ ਵੀ ਤੇਰੇ ਨਾਲ ਪ੍ਰੇਮ ਕਰਕੇ। ਨਹੀਂ ਤੇ ਆਪਾਂ ਕਿਸੇ ਨੂੰ ਕੀ ਕਹਿਣਾ, ਜਿੱਦਾਂ ਆਪਾਂ ਘਰੇ ਬੈਠੇ ਨਾ, ਨਾਲੇ ਕੱਪ ਚਾਹ ਪੀਣੀ, ਨਾਲੇ ਰੱਜ ਕੇ ਕਿਸੇ ਦੀ ਮੈਲ ਧੋ ਕੇ, ਤੇ ਫਿਰ ਕਹਿਣਾ ਛੱਡੋ ਖੜਾ, ਆਪਾਂ ਨੂੰ ਕੀ ਲੱਗੇ ਵੀ ਕਰ ਤੇ ਲਿਆਈ ਸਾਰਾ ਜ਼ਹਿਰ ਤੇ ਪੀ ਲਿਆ, ਤੇ ਹੁਣ ਮਗਰੋਂ ਕਾਹਤੋਂ ਕਹਿਤਾ ਮੈਂ ਕਿਉਂ ਛੱਡਾਂ। ਤੋ ਇਸ ਕਰਕੇ ਭਾਈ ਇਹ ਚੀਜ਼ਾਂ ਨੂੰ ਫੋਲੋ ਕਰੋ, ਧਾਰਨ ਕਰੋ ਆਪਣੇ ਆਪ ਦੇ ਉੱਤੇ। ਜ਼ਰੂਰੀ ਨਹੀਂ ਵੀ ਆਪਾਂ ਹੁਣ ਇੰਨੀ ਕਥਾ ਸੁਣ ਕੇ, ਦੁੱਖ ਪਤਾ ਕਦੋਂ ਆਉਂਦਾ ਵੀ ਜਿਨ੍ਹਾਂ ਰੂਹਾਂ ਨੂੰ 20-20 ਸਾਲ ਹੋ ਗਏ ਕਥਾ ਸੁਣਦਿਆਂ, ਜਿਨ੍ਹਾਂ ਨੂੰ 20-20 ਸਾਲ ਹੋ ਗਏ ਕਥਾ ਸੁਣਦਿਆਂ,
ਉਹ ਵੀ ਜਦੋਂ ਇਹ ਗਲਤੀਆਂ ਕਰਦੇ ਫਿਰ ਗੁੱਸਾ ਆਉਂਦਾ ਵੀ ਸੁਣਿਆ ਕੀ, ਟਾਈਮ ਖਰਾਬ ਹੀ ਕੀਤਾ, ਵੀ ਰੌਣਕ ਮੇਲਾ ਹੀ ਵੇਖਿਆ। ਫਿਰ ਇਹ ਤੇ ਰੰਗ ਲੱਗਣਾ ਚਾਹੀਦਾ ਵੀ ਜੇ ਬੱਚਾ BA ਕਰ ਜੇ ਤੇ ਆਵੇ ਉਹਨੂੰ ABC ਨਾ, ਉਹ ਤਾਂ ਫੇਲ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐ, ਸਤਿਗੁਰ ਕੀ ਬਾਣੀ ਸਤ ਸਤ ਕਰ ਮਾਨੋ ਗੁਰ ਸਿੱਖੋ। ਕਹਿੰਦੇ ਇਸ ਬਾਣੀ ਨੂੰ ਸੁਣਿਆ ਮੰਨਿਆ, ਤਿੰਨ ਚੀਜ਼ਾਂ ਏ। ਜਿੱਦਾਂ ਜਪਜੀ ਸਾਹਿਬ ਪੌੜੀ ਦੂਜੀ ਤੇ ਚੜਾਉਂਦੀ ਹੈ, ਦੂਜੀ ਪੌੜੀ ਤੀਜੀ ਤੇ ਚੜਾਉਂਦੀ, ਤੀਜੀ ਚੌਥੀ ਤੇ ਸਾਰੀਆਂ ਪੌੜੀਆਂ ਚੜ੍ਹਦਾ ਚੜ੍ਹਦਾ ਕਿੱਥੇ ਜਾਂਦਾ? ਸੱਚਖੰਡ। ਜਪਜੀ ਸਾਹਿਬ ਜਿਨ੍ਹਾਂ ਨੂੰ ਪ੍ਰੇਮ ਪੜ੍ਹਦੇ ਧਿਆਨ ਦਿਓ। ਪਹਿਲਾਂ ਮੂਲ ਮੰਤਰ ਆ ਗਿਆ, ਫਿਰ ਅੱਗੇ ਆਪਣੀ ਜ਼ਿੰਦਗੀ ਬਾਰੇ ਸ਼ੁਰੂ ਹੋ ਗਿਆ ਸੋਚੈ ਸੋਚ। ਵੀ ਸਾਰੇ ਬੰਦੇ ਆਪਾਂ ਸੋਚਾਂ 'ਚ ਹੀ ਡੁੱਬੇ ਰਹੀਦਾ, ਕਈ ਵਾਰੀ ਬੈਠੇ ਗੁਰਦੁਆਰੇ ਹੋਈਦਾ ਤੇ ਸੋਚਾਂ 'ਚ ਕਿਤੇ ਪਹੁੰਚਿਆ। ਫਿਰ ਕਹਿੰਦੇ ਚੁੱਪ ਰਹਿਣਾ ਵੀ ਨਹੀਂ ਚੰਗੀ ਗੱਲ। ਕਈ ਬੰਦੇ ਹੁੰਦੇ ਨਾ ਚੁੱਪ ਹੀ ਰਹਿੰਦੇ, ਕੋਈ ਬੁਲਾਉਂਦੇ ਨਹੀਂ ਅੱਗੋਂ, ਤੇ ਮਾਰੇ ਕਹਿੰਦੇ ਚੁੱਪ ਹੈ ਚੁੱਪ ਨਾ। ਕਹਿੰਦੇ ਮੂੰਹ ਤੇ ਚੁੱਪ ਕੀਤਾ, ਅੰਦਰ ਤੇ ਭੜਥੂ ਮੱਚਿਆ ਪਿਆ। ਅੰਦਰ ਨੂੰ ਚੁੱਪ ਕਰਾਉਣਾ ਵਾ। ਰੱਬ ਨੇ ਜ਼ੁਬਾਨ ਦਿੱਤੀ, ਬੋਲਿਆ ਕਰ, ਹੱਸਿਆ ਕਰ, ਆਵਾਜ਼ਾਂ ਮਾਰਿਆ ਕਰ, ਆ ਜਾਓ ਸਿੱਖੋ ਬਾਣੀ ਪੜ੍ਹੀਏ, ਗੁਰਦੁਆਰੇ ਚੱਲੀਏ। ਜੇ ਰੱਬ ਨੇ ਦਿੱਤੀ ਹੈ ਤੇ ਕਈ ਹੁੰਦੇ ਵੀ ਬੁਲਾਉਂਦੇ ਹੀ ਨਹੀਂ ਕਿਸੇ, ਚੁੱਪ ਹੋ ਜਾਂਦੇ। ਉਹਨਾਂ ਨੂੰ ਵੀ ਮਹਾਰਾਜ ਨੇ ਛਿੱਲਿਆ ਥੋੜ੍ਹਾ ਜਿਹਾ। ਮਹਾਰਾਜ ਕਹਿੰਦੇ ਚੁੱਪ ਹੈ। ਖਾਸ ਕਰਕੇ ਗੁਰੂ ਨਾਨਕ ਉਹਨਾਂ ਕੋਲ ਗਏ ਨਾ ਜਿਹੜੇ ਸਿੱਧ ਨਾਥ ਜੋਗੀ 8-8 ਮਹੀਨੇ ਬੋਲਦੇ ਨਹੀਂ ਸੀ, ਉਹ ਕਹਿੰਦੇ ਅਸੀਂ ਤੇ ਚੁੱਪ ਹੀ ਧਾਰੀ। ਮਾਰੇ ਕਹਿੰਦੇ ਜ਼ਬਾਨ ਹੀ ਨਹੀਂ ਬੋਲਦੀ, ਅੰਦਰ ਤੇ ਕੁਦਰ ਕੁਰਦਰ ਹੁੰਦਾ ਹੀ ਹੈ। ਤੇ ਇਸ ਕਰਕੇ ਅੰਦਰ ਨੂੰ ਚੁੱਪ ਕਰਾਓ। ਜ਼ਬਾਨ ਨੂੰ ਨਾ ਰੱਬ ਨੇ ਦਿੱਤੀ, ਗੂੰਗਿਆਂ ਨੂੰ ਪੁੱਛੋ ਜਿਹੜੇ ਗੂੰਗੇ ਹੈ। ਸੋ ਮਾਰੇ ਕਹਿੰਦੇ ਚੁੱਪ ਹੈ ਚੁੱਪ ਨਾ ਹੋ ਬਈ। ਫਿਰ ਅਗਲੇ ਪਾਸੇ ਕਹਿੰਦੇ ਭੁੱਖਿਆ, ਇੱਥੇ ਥੋੜੀ ਜਿਹੀ ਜਮਕੀ ਲਾ ਕੇ ਪਾਠ ਕਰਨਾ, ਭੁੱਖਿਆ। ਹਾਂਜੀ, ਸੰਥਿਆ ਬਹੁਤ ਮਹਿੰਗੀ ਚੀਜ਼ ਹੈ, ਹੁਣ ਤਾਂ ਕਰਦਾ ਹੀ ਕੋਈ ਨਹੀਂ। ਸਾਰੇ ਕਹਿੰਦੇ ਹੱਡ ਗ੍ਰੰਥੀ ਪਹਿਲਾਂ ਹੀ ਆ। ਜੇ ਕਹਿ ਦਈਏ ਵੀ ਸਿੱਖ ਲਓ 4 ਅੱਖਰ ਤੇ ਗੁੱਸਾ ਕਰ ਲੈਂਦੇ ਆ। ਤੋ ਬਾਣੀ ਸਿੱਖਣੀ ਚਾਹੀਦੀ ਭਾਈ, ਬਹੁਤ ਕੁੱਟਾਂ ਖਾਣੀਆਂ ਪੈਂਦੀਆਂ। ਤਾਂ ਕਰਕੇ ਦੁੱਖ ਵੀ ਤਾਂ ਆਉਂਦਾ ਵੀ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ, ਜਦੋਂ ਮੁੱਲ ਨਹੀਂ ਨਾ ਪੈਂਦਾ ਉਦੋਂ ਦਿਲ ਜਿਹਾ ਦੁਖਦਾ ਵੀ ਇੰਨੀ ਮਿਹਨਤ ਕਰਕੇ ਵੀ ਕੋਈ ਕਦਰ ਨਹੀਂ ਕਰਨ ਦਿਆ। ਤੋ ਇਸ ਕਰਕੇ ਮਾਰੀ ਕਹਿੰਦੇ ਭੁੱਖਿਆ, ਬੜਾ ਵੱਡਾ ਸ਼ਬਦ ਵਰਤਿਆ ਭੁੱਖਿਆ। ਆਪਾਂ ਭੁੱਖੇ ਆ, ਕੁੱਲੀ ਤੋਂ ਕਨੇਡਾ ਵਾਲੇ ਹੋ ਗਏ ਆ, ਅਜੇ ਭੁੱਖ ਵੀ ਨਹੀਂ ਨਿਕਲੀ। ਇੱਕ ਕੁੜਤੇ ਨੂੰ ਤਰਸਦੇ ਸੀ, ਲਬਾਰੀਆਂ ਭਰ ਗਈਆਂ, ਅਜੇ ਭੁੱਖ ਨਹੀਂ। ਇੱਕ ਸਾਈਕਲ ਨੂੰ ਤਰਸਦਾ ਸੀ ਮੇਰੇ ਵਰਗਾ, ਗੱਡੀਆਂ 'ਚ ਬੈਠੇ, ਭੁੱਖ ਨਹੀਂ। ਤੁਮਾਰੇ ਕਹਿੰਦੇ ਭੁੱਖਿਆ ਜੇ ਬੰਨਾ, ਕਹਿੰਦੇ ਪੁਰੀਆਂ ਦੀਆਂ ਪੰਡਾਂ ਬੰਨ ਲਾ, ਇੰਨੀ ਮਾਇਆ ਤੇਰੇ ਕੋ ਆ ਜੇ, ਤੂੰ ਰੋਂਦੇ ਰਹਿਣਾ। ਇਹ ਜਪਜੀ ਸਾਹਿਬ ਹੈ ਜਿਹੜੇ ਰੋਜ਼ ਨਿਤਨਿਆ ਵਾ। ਫਿਰ ਇਹ ਗੱਲ ਕੀਤੀ ਸਮੁੱਚੀ। ਫਿਰ ਅਗਲੇ ਪਾਸੇ ਮਹਾਰਾਜ ਸੱਚੇ ਪਾਤਸ਼ਾਹ ਆਰੰਭ ਕਰ ਦਿੰਦੇ। ਸੋ ਆਪਣਾ ਇਤਿਹਾਸ ਦਾ ਸਮਾਂ ਹੈ, ਮੈਂ ਇਸ ਪਾਸੇ ਨਾ ਜਾਵਾਂ। ਤੋ ਮਹਾਰਾਜ ਸਾਹਿਬ ਦੀ ਜਪਜੀ ਸਾਹਿਬ ਬੜੀ ਬਖਸ਼ਿਸ਼ ਹੈ। ਇੱਕ ਪੌੜੀ ਦੂਜੀ ਦਾ ਲੜ ਫੜਾਉਂਦੀ, ਦੂਜੀ ਤੀਜੀ ਦਾ। ਜਦੋਂ ਫਿਰ ਅੱਗੇ ਆ ਜਾਂਦਾ ਗਾਵੇ ਕੋ ਤਾਣ, ਤੇ ਗਾਵੇ ਵਾਲੀਆਂ ਪੌੜੀਆਂ ਸੁਣਿਆਂ ਦਾ ਪੱਲਾ ਫੜਾ ਦਿੰਦੀਆਂ, ਤੇ ਸੁਣੇ ਵਾਲੀਆਂ ਪੌੜੀਆਂ ਫਿਰ ਮੰਨੇ ਵਾਲੀ ਪੌੜੀ ਤੇ ਚੜ੍ਹਾਉਂਦੀਆਂ। ਤੇ ਜਿਹੜਾ ਮੰਨ ਲੈਂਦਾ ਉਹਨੂੰ ਫਿਰ ਪੰਚ ਪ੍ਰਵਾਨ, ਯਾਨੀ ਉੱਥੇ ਕੁ ਪਹੁੰਚ ਜਾਂਦਾ। ਮਹਾਰਾਜ ਕਹਿੰਦੇ ਵੀ ਇਹ ਮੈਨੂੰ ਪਸੰਦ ਆ ਗਿਆ ਜਿਹੜਾ ਇੱਥੋਂ ਤੱਕ ਪਹੁੰਚ ਗਿਆ। ਭਾਵ ਜਿਹਨੇ ਭੁੱਖ ਮਿਟਾ ਲਈ, ਸੋਚਾਂ ਮਿਟਾ ਲਈਆਂ, ਨੀਂਦ ਰੱਜ ਗਈ, ਸੁਣਨਾ ਸ਼ੁਰੂ ਕਰਤਾ, ਗਾਉਣਾ ਸ਼ੁਰੂ ਕਰਤਾ, ਤੇ ਤੀਜੀ ਬਖਸ਼ਿਸ਼ ਮੰਨਣਾ। ਹੁਣ ਆਪਾਂ ਗਾ ਵੀ ਲੈਂਦੇ ਹਾਂ ਬਾਣੀ ਨੂੰ, ਜਿਹਨਾਂ ਨੂੰ ਆਉਂਦੀ, ਸੁਣ ਵੀ ਲੈਂਦੇ ਹਾਂ। ਆਹ ਜਿਹੜੀ ਤੀਜੀ ਚੀਜ਼, ਇੱਥੇ ਮੈਂ ਵੀ ਫੇਲ। ਤੀਜੀ ਪੌੜੀ ਦੀ ਡਿੱਗ ਪਈਦਾ, ਦੂਜੀਆਂ ਤਾਂ ਉੱਤੇ ਬਹੁਤ, ਆਪਾਂ ਤੀਜੀ ਤੇ ਬ੍ਰੇਕਾਂ ਲਾ ਜਦੀਆਂ, ਇੱਥੋਂ ਤਿਲਕ ਜਾਈਦਾ। ਉਹ ਕੀ ਹੈ? ਮੰਨੇ ਕੀ। ਮੰਨੇ ਵਾਲੀਆਂ ਪੌੜੀਆਂ ਜਿਹੜੀਆਂ, ਉੱਥੇ ਆ ਕੇ ਫੇਲ, ਟੋਟਲੀ ਫੇਲ। ਕਿਉਂਕਿ ਮੰਨਣਾ ਬੜਾ ਔਖਾ, ਬੜਾ ਔਖਾ ਮੰਨਣਾ, ਬੜਾ ਔਖਾ। 5 ਬੰਦਿਆਂ 'ਚ ਚੁੱਪ ਰਹਿਣਾ ਬੜਾ ਔਖਾ, ਵੇਰ ਕੇ ਚੁਗਲੀ ਹੋ ਜਾਂਦੀ। ਤੋ ਮਾਰੇ ਕਹਿੰਦੇ ਜਿਹੜਾ ਮੰਨੇ ਵਾਲੀ ਪੌੜੀ ਚੜ੍ਹ ਗਿਆ ਉਹ ਤਕਰੀਬਨ ਪਹੁੰਚ ਹੀ ਜਾਂਦਾ। ਬਸ ਇਹ ਪੌੜੀ ਥੋੜ੍ਹੀ ਜਿਹੀ ਔਖੀ ਹੈ। ਜਿਹੜਾ ਮੰਨ ਗਿਆ ਨਾ, ਅੱਗੇ ਆ ਜਾਂਦਾ ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੈ। ਬਸ ਜਿਹੜਾ ਪੰਚ ਦੇ ਅਰਥ ਹੈ ਪ੍ਰਵਾਨ ਹੋ ਗਿਆ, ਪਵਿੱਤਰ ਹੋ ਗਿਆ। ਉਹਨੂੰ ਦਰਗਾਹ ਦੇ ਵਿੱਚ ਫੁੱਲਾਂ ਦੇ ਹਾਰ ਪੈਣੇ, ਪੰਚੇ ਪਾਵੈ। ਦਰਗਾਹ ਦੇ ਵਿੱਚ ਇੰਨਾ ਮਾਣ ਮਿਲਣਾ, ਜਿੱਦਾਂ ਮੰਨ ਲਓ ਇੱਥੇ ਕੋਈ ਆਵੇ ਨਾ ਬੂਹੇ 'ਚ,
ਤੇ ਆਪਾਂ ਇੱਕ ਫੁੱਲਾਂ ਦਾ ਹਾਰ ਉਹਦੇ ਗਲ 'ਚ ਪਾ ਦਈਏ, ਇੱਕ ਸਰੋਪਾ, ਤੇ ਉਹ ਤੇ ਗਦ ਹੋ ਜਾਊਗਾ। ਕਈ ਸੰਗਤਾਂ ਬਾਹਰ ਇਦਾਂ ਕਰਦੀਆਂ, ਦੱਸਦੇ ਵੀ ਇੱਕ ਵਾਰੀ ਕਈ ਥਾਵਾਂ ਦੇ ਉੱਤੇ ਨਾ ਜਿਹੜੇ ਸਤਿਕਾਰੇ ਲੋਕ ਗੁਣੀ ਹੈ, ਉਹ ਫਿਰ ਜਦੋਂ ਸਮਾਗਮ ਹੁੰਦੇ ਖੁਸ਼ੀ ਦੇ, ਤੇ ਉਹ ਰਾਗੀ ਸਿੰਘਾਂ ਦੇ ਕਥਾਵਾਚਕਾਂ ਦੇ ਗਲ ਦੇ ਵਿੱਚ ਨਾ ਇੱਕ ਫੁੱਲਾਂ ਦਾ ਹਾਰ ਤੇ ਸਰੋਪਾ ਪਾਉਂਦੇ ਆ। ਗੁਰੂ ਦੀ ਵਡਿਆਈ ਕਰਨ ਵਾਲੇ ਹੈਗੀ, ਇੱਜ਼ਤ ਕਰਨ ਬਹੁਤ ਰੂਹਾਂ ਰੰਗੀਆਂ। ਤੋ ਇਸ ਕਰਕੇ ਬਾਹਰਲੇ ਦੇਸ਼ਾਂ ਦੇ ਵਿੱਚ ਸੋਨੇ ਦਾ ਗੋਲਡ ਮੈਡਲ ਜਦੋਂ ਗਲ 'ਚ ਪਾਉਂਦੇ ਵੀ ਇਹ ਭਾਈ ਸਾਹਿਬ ਆਏ ਸੀ 4 ਮਹੀਨੇ ਲਈ ਤੇ ਕਮਾਲ ਕੀਤਾ, ਆਨੰਦ ਵੱਜ ਗਏ। ਤੋ ਇਸ ਕਰਕੇ ਸੰਗਤ ਜੀ ਮਹਾਰਾਜ ਆਪ ਕਰਦੇ ਰਹੇ। ਗੁਰੂ ਗੋਬਿੰਦ ਸਿੰਘ ਬਾਪੂ ਬਹੁਤ ਖੁਸ਼, ਜਦੋਂ ਖੁਸ਼ ਹੁੰਦੇ ਸੀ ਕਵੀਆਂ ਤੋਂ, ਮਹਾਰਾਜ ਢਾਲਾਂ ਭਰ ਕੇ ਝੋਲੀ 'ਚ ਪਾ ਦਿੰਦੇ ਸੀ। ਬਾਪੂ ਦੇ ਰੰਗ ਇੱਦਾਂ, ਜਦੋਂ ਬਾਪੂ ਸੱਚਖੰਡ ਚੱਲਿਆ ਸੀ ਤੇ ਮੇਰੇ ਵਰਗੇ ਉੱਥੇ ਮੰਗਤੇ ਕਵੀਸ਼ਰ ਕਵੀ ਰਾਗੀ ਰੋਣ ਲੱਗ ਪਏ ਕਿ ਮਹਾਰਾਜ ਕਹਿੰਦੇ ਪੁੱਤ ਕੀ ਹੋਇਆ ਜੀ? ਕਹਿੰਦੇ ਪਾਤਸ਼ਾਹ ਸਾਨੂੰ ਸੁਣਨਾ ਹੀ ਨਹੀਂ ਕਿਸੇ, ਅਸੀਂ ਕਿਹਨੂੰ ਸੁਣਾਇਆ ਕਰਾਂਗੇ ਕਥਾ ਕੀਰਤਨ ਕਵਿਤਾ, ਲੋਕਾਂ ਨੇ ਪੁੱਠੇ ਪਾਸੇ ਸੁਣਨਾ। ਮਹਾਰਾਜ ਕਹਿੰਦੇ ਨਹੀਂ ਪੁੱਤਰੋ, ਮੇਰਾ ਜਸ ਨਾ ਛੱਡਿਓ, ਮੇਰੇ ਪਿਆਰ ਵਾਲੇ ਤੁਹਾਡੀਆਂ ਝੋਲੀਆਂ ਭਰਿਆ ਕਰਨਗੇ। ਸੰਗਤੇ ਅੱਜ ਜਿਹੜਾ ਗੁਰੂ ਕੇ ਸਿੱਖ ਬਾਣੀ ਪੜ੍ਹਨ ਵਾਲੇ ਨੂੰ, ਮੈਂ ਆਪਣੀ ਗੱਲ ਨਹੀਂ ਕਰਦਾ, ਸਮੁੱਚੀ ਕੌਮ ਦੀ ਕਰਦਾ, ਜਿਹੜਾ ਬਾਣੀ ਪੜ੍ਹਨ ਵਾਲੇ ਨੂੰ ਪਿਆਰ ਕਰਦਾ ਉਹਨੂੰ ਗੁਰੂ ਗੋਬਿੰਦ ਸਿੰਘ ਲਿਖ ਲੈਂਦੇ ਡਾਇਰੀ ਤੇ। ਮਹਾਰਾਜ ਦੇ ਪੜ੍ਹ ਲਏ ਇਤਿਹਾਸ, ਆਪ ਪੜ੍ਹ ਲਿਓ, ਮਹਾਰਾਜ ਕਹਿ ਕੇ ਗਏ ਸੀ। ਮਹਾਰਾਜ ਕਹਿੰਦੇ ਮੇਰੇ ਪੁੱਤ ਨਵਾਜਿਆ ਕਰਨਗੇ ਤੁਹਾਨੂੰ। ਤੋ ਮਹਾਰਾਜ ਦੇ ਪੁੱਤ ਜਿਹੜੇ ਅੱਜ ਵੀ ਜਿੱਥੇ ਕਿਥੇ ਬੈਠੇ ਆ ਨਾ, ਉਹ ਬਹੁਤ ਪਿਆਰ ਕਰਦੇ ਆ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਇਆ ਦੇ ਦਾਤੇ ਕਹਿੰਦੇ ਪੰਚੇ ਪਾਵੈ, ਵੀ ਜਿਹੜੇ ਇਹ ਪੌੜੀਆਂ ਚੜ੍ਹ ਜਾਂਦੇ ਉਹਨਾਂ ਨੂੰ ਮਾਣ ਮਿਲਦਾ, ਪਰ ਪੌੜੀ ਸਭ ਤੋਂ ਔਖੀ ਹੈ ਮੰਨੇ ਦੀ। ਵੇਰੇ ਤੇ ਕੋਈ ਵਿਰਲਾ ਹੀ ਟਿਕਦਾ, ਵੇਰ ਕੇ ਤਿਲਕ ਜਾਂਦੇ, ਕੋਈ ਚੜ੍ਹਦਾ ਪੌੜੀ। ਇਹ ਮਾਰੇ ਕਹਿੰਦੇ ਵਿਰਲੇ ਕੇ ਹੀ, ਬਹੁਤ ਥੋੜੇ, ਕਿਉਂਕਿ ਸੰਸਾਰ ਹੈ ਨਾ। ਬਾਬਾ ਫਰੀਦ ਸਾਹਿਬ ਜੀ ਬੋਲ ਕੇ ਗਏ, ਕਹਿੰਦੇ ਕਿਜ ਨਾ ਬੁੱਝੈ ਕਿਜ ਨਾ ਸੁੱਝੈ ਦੁਨੀਆ ਗੁੱਝੀ, ਸਾਈਂ ਮੇਰਾ ਚੰਗਾ ਕੀਤਾ ਨਾਹੀਂ ਤਾਂ ਹੰਪੀ ਦੱਜਾਂ। ਕਹਿੰਦੇ ਮਹਾਰਾਜ ਫਰੀਦਾ ਦਰਵੇਸੀ ਗਾਖੜੀ, ਚੱਲਾਂ ਦੁਨੀਆ ਭੱਤ, ਬੰਨ ਉਠਾਈ ਪੋਟਲੀ, ਕਿੱਥੇ ਵਈਆਂ ਘੱਤ। ਕਹਿੰਦੇ ਇੱਕ ਪਾਸੇ ਤੂੰ ਮੈਨੂੰ ਦਰਵੇਸ਼ੀ ਦੇਤੀ, ਦੂਜੇ ਪਾਸੇ ਮੇਰੇ ਸਿਰ ਤੇ ਗ੍ਰਿਸ਼ਤ ਦੀ ਪੰਡ ਰੱਖਤੀ। ਹੁਣ ਜਿਹੜਾ ਬੰਦਾ ਗ੍ਰਿਸ਼ਤੀ ਹੈ, ਬੜਾ ਜ਼ੋਰ ਲੱਗਣਾ ਉਹਦਾ ਦਰਵੇਸ਼ੀ 'ਚ ਜਾਣ ਨੂੰ, ਕਿਉਂਕਿ ਗ੍ਰਿਸ਼ਤ ਜਿਹੜਾ ਇਹਦੇ ਵਿੱਚ ਰਹਿੰਦੇ ਆ, ਕਮਲ ਦਾ ਫੁੱਲ ਚਿੱਕੜ 'ਚ ਹੈ, ਇਹ ਸਮਝ ਲਓ ਚਿੱਕੜ ਹੀ ਆ ਗ੍ਰਿਸ਼ਤ, ਤੇ ਇਹਦੇ ਵਿੱਚ ਰਹਿ ਕੇ ਖਿੜਨਾ ਬਹੁਤ ਔਖਾ ਹੈ। ਕਿਉਂਕਿ ਧੰਦੇ ਧੰਦਾਰ ਰਿਸ਼ਤੇਦਾਰੀਆਂ ਬੰਦੇ ਨੂੰ ਵੇਰ ਕੇ ਨਿਤਨੇਮ ਤੋੜ ਦਿੰਦੀਆਂ, ਅੰਮ੍ਰਿਤ ਵੇਲਾ ਗਵਾਚ ਜਾਂਦਾ ਵੇਰ ਕੇ। ਮੰਨ ਲਓ ਹੁਣ 13 ਪੋਹ ਨੂੰ ਵਿਆਹ, ਤੇ ਤੁਹਾਡੀ ਸਕੀ ਸਾਲੀ ਦੇ ਮੁੰਡੇ ਦਾ ਵਿਆਹ, ਕੀ ਕਰੋਗੇ ਹੁਣ? ਬਾਬਾ ਫਰੀਦ ਦਾ ਸਲੋਕ ਪੜ੍ਹਿਓ ਨਾ, ਉਹ ਕਹਿੰਦੇ ਵੀ ਕਿੱਥੇ ਵਈਆਂ ਘੱਤ, ਹੁਣ ਮੈਂ ਕਿੱਧਰ ਜਾਵਾਂ? ਹੁਣ ਤੂੰ ਕਹਿੰਦਾ ਕਿ ਸਿਮਰਨ ਕਰ, ਤੇ ਰਿਸ਼ਤੇਦਾਰ ਕਹਿੰਦੇ ਮੈਂ ਪੈਲਸ 'ਚ ਹਾਂ, ਤੇ ਹੁਣ ਜਿਵੇਂ ਤੇਰੇ ਲਿਆਉਣਾ ਤੇ ਉਹ ਜਾਂਦੇ ਆ, ਤੇ ਜੇ ਉਹਨਾਂ ਵਾਲੇ ਜਾਣਾ ਤੇ ਫਿਰ ਤੂੰ ਜਾਣਾ, ਮੈਨੂੰ ਹੁਣ ਦੱਸ ਤੇ ਸਹੀ। ਪਰ ਫਿਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਸਾਈਂ ਮੇਰਾ ਚੰਗਾ ਕੀਤਾ। ਕਹਿੰਦੇ ਫਿਰ ਇੰਨੀ ਕੁ ਕਿਰਪਾ ਕਰਤੀ ਸਾਈਂ ਨੇ ਵੀ ਮੈਨੂੰ ਆਪਣੇ ਵੱਲ ਹੀ ਲੈ ਆਂਦਾ ਕਿ ਆ ਜਾ ਫਰੀਦਾ ਅੱਜ ਤੋੜ ਦੇ। ਤੇ ਮੈਂ ਫਰੀਦ ਸਾਹਿਬ ਕਹਿੰਦੇ ਆਖਿਆ ਵੀ ਮੇਰੇ ਨਾਲ ਟੁੱਟ ਜਾਣੇ ਆ, ਤੇ ਅੱਲਾ ਕਹਿੰਦਾ ਇਹਨਾਂ ਹੋਰ ਵੀ 10 ਸਾਲਾਂ ਨੂੰ ਟੁੱਟਣਾ ਹੀ ਹੈ। ਅੱਜ ਟੁੱਟੀ ਭਲੀ ਮਨਮੁਖਾਂ ਨਾਲੋਂ ਟੁੱਟੀ ਭਲੀ, ਕਹਿੰਦੇ ਅੱਜ ਤੋੜ ਦੇ ਹੋਰ 10 ਸਾਲਾਂ ਨੂੰ ਅਰਥੀ ਉੱਠੀ, ਉਦਣ ਵੀ ਤੇਨਾਂ ਪਛਾਂ ਹੀ ਹੋਣਾ। ਕਹਿੰਦੇ ਫਿਰ ਸ਼ੁਕਰ ਹੋਇਆ ਵੀ ਮੈਨੂੰ ਸੋਝੀ ਆ ਗਈ। ਮੈਂ ਆਖਿਆ ਗੁੱਸੇ ਹੋ ਜੋ, ਭੱਜ ਜੋ, ਰੁੱਸ ਜੋ, ਮੈਂ ਤੇ ਆਪਣੇ ਬਾਪੂ ਅੱਲਾ ਕੋ ਜਾਣਾ। ਕਹਿੰਦੇ ਸਾਈਂ ਮੇਰਾ ਚੰਗਾ ਕੀਤਾ ਨਹੀਂ ਤਾਂ ਹੰਪੀ ਦੱਜਾਂ। ਬਾਬਾ ਫਰੀਦ ਕਹਿੰਦਾ ਮੈਂ ਵੀ ਸੜ ਜਾਣਾ ਸੀ ਇਸ ਅੱਗ 'ਚ ਜਿੱਥੇ ਸਾਰੀ ਦੁਨੀਆ ਮੱਚ ਗਈ, ਮੇਰੇ ਅੱਲਾ ਨੇ ਚੰਗਾ ਕੀਤਾ ਮੇਰੀ ਬਾਂਹ ਫੜ ਲਈ ਹੈ। ਆਪ ਜੈਸੇ ਮਨ ਭਾਏ, ਕਹਿੰਦੇ ਭਾਈਆ ਜੈ ਰਾਮ ਅਸੀਂ ਦੱਸਣਾ ਫਰਜ਼ ਸੀ, ਅਸੀਂ ਤੈਨੂੰ ਦੱਸ ਦਿੱਤਾ, ਅੱਗੇ ਤੇਰੀ ਮਰਜ਼ੀ ਹੈ। ਕੀ ਬਾਣੀ ਔਰ ਇਸ ਤਰ੍ਹਾਂ ਕਰਕੇ ਕਹਿੰਦੇ ਬੋਲ ਜਿਹੜੇ ਹਨ ਬੋਲਣਾ ਕੀਤੇ ਹਨ, ਔਰ ਕਹਿੰਦੇ ਫਿਰ ਅਸਰ ਹੋ ਜਾਂਦਾ ਸੰਗਤ ਦਾ। ਭਾਵੇਂ ਭਾਈਆ ਜੈ ਰਾਮ ਜੀ ਜਾਣਦੇ ਹੈ, ਪਰ ਸੰਗਤ ਅਸਰ ਕਰਦੀ ਹੈ। ਮੰਨ ਲਓ ਤੁਸੀਂ 25-26 ਮਿੰਟ ਗਾਣੇ ਸੁਣ ਲਓ ਨਾ,
ਤੁਹਾਡਾ ਚਿਹਰਾ ਬਦਲ ਜਾਣਾ। ਹੁਣ ਇਸ ਵੇਲੇ ਤੁਸੀਂ ਕਥਾ ਸੁਣਦੇ ਨਾ, ਇਹ ਸਾਰਿਆਂ ਦੇ ਸਿਰ ਤੇ ਜੋਤ ਜਗਣ ਦੀ ਮੈਨੂੰ ਨਜ਼ਰ ਆ ਰਹੀ ਹੈ। ਤੁਹਾਡੇ ਚਿਹਰੇ ਦੱਸਦੇ ਤੁਹਾਡੇ ਸਿਰ ਤੇ ਇਸ ਵੇਲੇ ਜੋਤ ਜਗ ਰਹੀ ਹੈ। ਕਿਉਂਕਿ ਜਦੋਂ ਜੋਤ ਜਗਦੀ ਹੈ ਨਾ, ਇੱਕ ਤੇ ਚਾਨਣ ਹੁੰਦਾ ਵੀ ਤੁਹਾਡੇ ਚਿਹਰੇ ਖਿੜੇ ਪਏ ਹੋਣਾ ਹੈ ਬਰਾਗ ਨਾਲ। ਦੂਜਾ ਮਹਾਂਪੁਰਖ ਕਹਿੰਦੇ ਜਦੋਂ ਮੋਮਬੱਤੀ ਬੁਝੀ ਹੁੰਦੀ ਤੇ ਸਖਤ ਹੁੰਦੀ ਹੈ, ਉਹਦੇ ਵਿੱਚ ਦੀ ਸੂਈ ਨਹੀਂ ਲੰਘਦੀ, ਤੇ ਜਦੋਂ ਉਹ ਜਗ ਪੈਂਦੀ ਹੈ ਤੇ ਫਿਰ ਉਹਦੇ ਵਿੱਚ ਭਾਵੇਂ ਛੋਟਾ ਜਿਹਾ ਵਾਲ ਤੁਸੀਂ ਆਰ ਪਾਰ ਕਰਦੇ ਹੋ, ਇੰਨਾ ਪਿਘਲ ਜਾਂਦੀ। ਕਹਿੰਦੇ ਜਿਹੜੇ ਗੁਰਬਾਣੀ ਸੁਣ ਕੇ ਜਗ ਜਾਂਦੇ ਆ ਨਾ, ਉਹਨਾਂ ਦਾ ਹਿਰਦਾ ਕੋਮਲ ਹੋ ਜਾਂਦਾ। ਇਸ ਵੇਲੇ ਤੁਹਾਨੂੰ ਸੱਚੀ ਕੋਈ ਆ ਕੇ ਕਵੇ ਤੁਸੀਂ ਤੇਗ ਕੱਢ ਲੈਣੀ, ਮੈਂ ਵਾਅਦੇ ਨਾ ਕਹਿ ਸਕਦਾ। ਕਹਿੰਦੇ ਇੱਦਾਂ ਢਾਡੀ ਸਿੰਘ ਨੇ ਵਾਰ ਲਾਈ ਸੀ, ਤੇ ਜਦੋਂ ਉਹਨਾਂ ਨੇ ਵਾਰ ਲਾਈ ਤੇ ਅੱਗੇ ਨਿਹੰਗ ਸਿੰਘ ਬੈਠਾ, ਤੇ ਉਹਨੇ ਸ੍ਰੀ ਸਾਹਿਬ ਕੱਢ ਕੇ ਤੇ ਜ਼ੋਰ ਨਾਲ ਪੱਥਰ ਦੇ ਵਿੱਚ ਮਾਰੀ, ਤੇ ਇੱਕ ਗਿੱਠ ਪੱਥਰ ਦੇ ਵਿੱਚ ਧਸ ਗਈ। ਤੇ ਜਦੋਂ ਢਾਡੀ ਸਿੰਘ ਹਟੇ ਤੇ ਉਹ ਨਿਹੰਗ ਸਿੰਘ ਕੱਢੇ ਤੇ ਉਹ ਨਿਕਲੇ ਨਾ। ਫਿਰ 2 ਜਣੇ ਆਏ, 4 ਜਣੇ ਆਏ, 15 ਬੰਦੇ ਜ਼ੋਰ ਲਾਉਂਦੇ ਰਹੇ, ਪਰ ਉਹ ਸ੍ਰੀ ਸਾਹਿਬ ਬਾਹਰ ਨਹੀਂ ਆਈ। ਤੇ ਫਿਰ ਸਿਆਣੇ ਦਾਨੇ ਨੂੰ ਪੁੱਛਿਆ ਵੀ ਇਹ ਕੀ, ਇਹ ਕਿੱਦਾਂ ਨਿਕਲੂਗੀ? ਵੀ ਇੱਕ ਸਿੰਘ ਨੇ ਇਹਨੂੰ ਪੱਥਰ 'ਚ ਭੇਜਿਆ ਤੇ ਇਹ ਨਿਕਲ ਨਹੀਂ ਦਈ। ਉਹ ਕਹਿੰਦੇ ਸਿੰਘ ਨੇ ਨਹੀਂ ਭੇਜਿਆ, ਮਾਹੌਲ ਉੱਦਾਂ ਦਾ ਬਣ ਗਿਆ, ਪਹਿਰੇ ਲੱਗ ਗਏ ਸ਼ਹੀਦਾਂ ਸਿੰਘਾਂ ਦੇ। ਕਹਿੰਦੇ ਹੁਣ ਫੇਰ ਢਾਡੀ ਸਿੰਘ ਨੂੰ ਕਹੇ ਉਹੋ ਹੀ ਮਾਹੌਲ ਬਣਾਵੇ ਜਿਹੜਾ ਮਾਹੌਲ ਉਦੋਂ ਬਣਿਆ। ਇੱਕ ਮੈਂ ਨੋਟ ਕੀਤਾ ਜੀ, ਜਿਹੜਾ ਰਸ ਅੰਮ੍ਰਿਤ ਵੇਲੇ ਝਰਦਾ ਨਾ, ਉਹ ਇਸ ਵੇਲੇ ਨਹੀਂ ਹੁੰਦਾ। ਇਹ ਮੇਰਾ ਤਜਰਬਾ ਹੈ, ਕਿਉਂਕਿ ਮੈਂ ਦੋਵੇਂ ਟਾਈਮ ਵਿਚਾਰ ਕਰਦਾ ਹੈ ਨਾ। ਜਿਹੜਾ ਰਸ ਅੰਮ੍ਰਿਤ ਵੇਲੇ ਚੁੰਦਾ ਉਹ ਇਸ ਵੇਲੇ ਨਹੀਂ ਗੱਲ ਬਣਨੀ। ਔਰ ਇਸ ਕਰਕੇ ਉਹ ਕਹਿੰਦੇ ਵੀ ਮਾਹੌਲ ਬਣਾਓ, ਫੇਰ ਉੱਦਾਂ ਦਾ ਹੀ, ਉੱਦਾਂ ਦਾ ਔਰਾ ਬਣੂਗਾ। ਤੇ ਉਹ ਗੱਲ ਹੋਈ, ਉਹਨੇ ਫੇਰ ਪੂਰੀਆਂ ਚਾੜ ਕੇ ਤੰਦਾਂ ਸਰੰਗੀ ਤੇ ਗਾਜ ਫੇਰਿਆ। ਜਦੋਂ ਢਾਡੀ ਸਿੰਘਾਂ ਨੇ ਖਿੱਚੇ ਆਪਣੇ ਪੋਟੇ, ਗਾੜ ਗੜਾਗੜ ਕਰਕੇ ਜਦੋਂ ਵਾਰ ਖਿੱਚ ਕੇ ਲਵਾਈ, ਫੇਰ ਉੱਥੇ ਮਾਹੌਲ ਲਿਆਂਦਾ ਤੇ ਕੱਲੇ ਨਿਹੰਗ ਸਿੰਘ ਨੇ ਸ੍ਰੀ ਸਾਹਿਬ ਪੁੱਟ ਕੇ ਬਾਹਰ ਕੱਢਤੀ। ਇਹਨੂੰ ਕਹਿੰਦੇ ਸੰਗਤ, ਔਰਾ। ਸਾਡੇ ਬਜ਼ੁਰਗ ਐਵੇਂ ਨਹੀਂ ਸੀ ਬਚੇ, ਉਦੋਂ ਚਾਰੇ ਪਾਸੇ ਔਰਾ ਚੰਗਾ ਸੀ ਵੀ ਜਿਹੜਾ ਵੀ ਮਿਲਦਾ ਸੀ ਫਤਿਹ ਬੁਲਾਉਂਦਾ ਸੀ, ਕਹਿੰਦਾ ਸੀ ਕਿੱਥੋਂ ਆਏ? ਕਹਿੰਦਾ ਭਲਿਆ 2 ਮਹੀਨੇ ਹਜ਼ੂਰ ਸਾਹਿਬ ਲਾ ਕੇ ਆਇਆ ਜੀ। ਭਲਿਆ ਕਿੱਥੋਂ ਆਇਆ? ਕਹਿੰਦਾ ਹਰਿਮੰਦਰ ਸਾਹਿਬ 6 ਮਹੀਨੇ ਲਾ ਕੇ ਆਈ। ਉਦੋਂ ਇੱਦਾਂ ਦਾ ਔਰਾ ਸੀ ਚਾਰੇ ਪਾਸੇ, ਤਾਂ ਕਰਕੇ ਬਚੇ ਸੀ। ਮਿੱਤਰੋ ਹੁਣ ਤੇ ਅੱਗ ਹੀ ਹੈ, ਹੁਣ ਤੇ ਜੇਬ ਦੇ ਵਿੱਚ ਅੱਗ ਆ। ਜਿਹੜਾ ਮੋਬਾਈਲ ਆ ਨਾ, 2 ਮਿੰਟ ਰਾਤ ਨੂੰ ਬਿਸਤਰੇ 'ਚ ਬੈਠਿਆਂ ਨੂੰ ਖੋਲ ਲਓ ਨਾ, ਤੇ ਇੱਦਾਂ ਦੀ ਚਿੜਕ ਲਾਉਂਦਾ ਵੀ 9 ਵਜੇ ਮਾੜਾ ਜਿਹਾ ਖੁੱਲ੍ਹਾ, ਤੇ ਇੱਦਾਂ ਦਾ ਕੁਝ ਆਇਆ ਵੀ ਰਾਤ ਦਾ 1 ਵੱਜ ਗਿਆ। ਬਸ ਉਦੋਂ ਹੀ ਬੰਦ ਹੋਇਆ ਜਦੋਂ ਬੈਟਰੀ ਜਵਾਬ ਦੇਗੀ। ਇਹ ਮੇਰਾ ਤਜਰਬਾ ਏ, ਤੁਹਾਡਾ ਆਪੋ ਆਪਣਾ ਹੈ। ਵੀ ਅੱਜ ਆਪਾਂ ਕਹਿੰਦੇ ਆ, ਮੈਂ ਤੇ ਅਰਦਾਸ ਕਰਦਾ ਦੋਵੇਂ ਟਾਈਮ ਵੀ ਸਤਿਗੁਰੂ ਸ਼ੁਕਰ ਆ ਜਿੰਨੀਆਂ ਸੰਗਤਾਂ ਬੈਠੀਆਂ ਇਹਨਾਂ ਦੇ ਸਿਰ ਤੇ ਤੇਰਾ ਹੱਥ ਹੈ। ਨਹੀਂ ਤੇ ਕਿਤੇ ਵੀ ਜਾ ਕੇ ਵੇਖ ਲਓ, ਬੜੇ ਬੜੇ ਸਥਾਨਾਂ ਤੇ ਕੋਈ ਬਹਿੰਦਾ ਹੀ ਨਹੀਂ ਮਾਰੇ ਕੋ। ਹੰਕਾਰ ਨਹੀਂ ਮੈਂ ਕਰਦਾ, ਬੇਰ ਸਾਹਿਬ ਜਾ ਕੇ ਵੇਖ ਲਓ ਤੁਸੀਂ, ਉੱਥੇ ਵੀ ਸੰਗਤ 5 ਮਿੰਟ 2 ਮਿੰਟ ਤੁਰੀ ਜਾਂਦੀ ਆਈ ਜਾਂਦੀ, ਸੰਗਤ ਕਰਕੇ ਕੋਈ ਰਾਜੀ ਹੋ ਨਹੀਂ। ਆਹ ਤਾਂ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਵੱਡਾ ਤਰਸ ਕੀਤਾ ਹੈ, ਜਿਹੜਾ ਤੁਸੀਂ ਰੂਹਾਂ ਰੰਗੀਆਂ। ਬਾਬਾ ਅਤਰ ਸਿੰਘ ਕਹਿੰਦੇ, ਸਿੰਘੋ ਸੰਗਤਾਂ ਦੇ ਚਰਨ ਧੋ, ਇਹਨਾਂ ਸੰਗਤਾਂ ਕਰਕੇ ਲੋਹਾਂ 'ਚ ਅੱਗ ਬਲਦੀ ਹੈ। ਤੇ ਮੈਂ ਉਹ ਬਚਨ ਕਰਕੇ ਮਹਾਂਪੁਰਖਾਂ ਦਾ ਮੇਰੀ ਆਦਤ ਤਾਂ ਮਾੜੀ ਹੋ ਗਈ ਕਿ ਮੈਂ ਉਹ ਪੜ੍ਹਦਾ ਰਹਿਣਾ, ਤੇ ਮੈਨੂੰ ਜਿਹੜੀ ਵੀ ਭੈਣ ਆਉਂਦੀ, ਮਾਤਾ ਆਉਂਦੀ, ਵੀਰ ਆਉਂਦਾ, ਮੈਂ ਉਹਨੂੰ ਅੱਗੋਂ ਹੋ ਕੇ ਮਿਲਦਾ, ਉਹਨੂੰ ਰੋਕ ਲੈਣਾ ਵੀ ਪਿਆਰਿਓ ਚਾਹ ਪੀਏ। ਐਸੇ ਚੀਜ਼ ਨੂੰ ਕਈ ਗਲਤ ਪਾਸੇ ਲੈ ਜਾਂਦੇ। ਉਹ ਕਹਿੰਦੇ ਹੁਣ ਚਲੋ ਆਪਣਾ ਰਸ ਬੜਾ ਬਣਿਆ, ਉੱਧਰ ਨਹੀਂ ਜਾਣਾ। ਇਸ ਕਰਕੇ ਮਹਾਂਪੁਰਖ ਕਹਿੰਦੇ ਨਾ, ਸੰਗਤਾਂ ਦਾ ਸਤਿਕਾਰ ਕਰੋ। ਪਰ ਮੈਂ ਅੱਖੀਂ ਵੇਖਿਆ ਜਿਨ੍ਹਾਂ ਨੇ ਵੀ ਇਸ ਸੰਗਤ ਦੀ ਨਿੰਦਿਆ ਕੀਤੀ ਨਾ, ਭਰੇ ਬੁਰੇ ਬੋਲ ਵੇਲੇ ਅੱਜ ਮੱਥਾ ਟੇਕਣੋਂ ਵੀ ਗਏ। ਸੇਵਾ ਕਰਨੀ ਤੇ ਦੂਰ ਦੀ ਗੱਲ, ਹਾਜ਼ਰੀ ਭਰਨੀ ਮੱਥੇ ਤੋਂ ਵੀ ਗਏ। ਉਹਨਾਂ ਨੂੰ ਮਹਾਰਾਜ ਨੇ ਇੰਨਾ ਕੁ ਦੂਰ ਭੇਜਤਾ ਵੀ ਲੈ ਤੁਸੀਂ ਹੁਣ ਕਿਤੇ ਮੱਥਾ ਟੇਕਣ ਵੀ ਨਹੀਂ ਆਓਗੇ, ਕਿਉਂਕਿ ਸੰਤ ਕਾ ਦੁਖੀ ਸਦਾ ਪਵਿੱਤਰ। ਤੋ ਇਸ ਕਰਕੇ ਸਾਧ ਸੰਗਤ ਦੀ ਸੰਗਤ ਦਾ ਅਸਰ ਪੈਂਦਾ। ਕੀਰਤਨ ਭੇਜ ਕੇ ਸੁਣੋ, ਕਥਾ ਤੁਹਾਡੇ ਕਮਰੇ 'ਚ ਸਹਿਜ ਪਾਠ ਲਾਓ, ਰਿਕਾਰਡਿੰਗ ਸੁਖਮਣੀ ਸਾਹਿਬ ਮੱਠੀ ਜੀ ਆਵਾਜ਼ 'ਚ ਚੱਲਦਾ ਹੀ ਰਵੇ। ਲੈ 15 ਦਿਨ ਤੁਸੀਂ ਉਸ ਔਰੇ ਦੇ ਵਿੱਚ ਰਹੋ ਤੇ ਤੁਹਾਡੇ ਅੰਦਰ ਰਸ ਆ ਜਾਣਾ। ਇੰਨਾ ਅਸਰ ਪੈਂਦਾ। ਹੁਣ ਚਾਰੇ ਪਾਸੇ ਅੱਗ ਹੈ, ਕੋਈ ਹਰਿਆ ਬੂਟਾ ਬਚਣਾ ਵਿਰਲਾ ਹੀ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਤਰਸ ਹੈ।
ਤੋ ਇੱਥੇ ਕਵੀ ਜੀ ਕਹਿੰਦੇ ਵੀ ਭਾਵੇਂ ਭਾਈਆ ਜੈ ਰਾਮ ਜੀ ਨੂੰ ਪਤਾ ਹੈ ਅੱਗੇ ਵੀ ਚੈੱਕ ਹੋਇਆ ਮੋਦੀਖਾਨਾ, ਪਰ ਇਹਨਾਂ ਬੰਦਿਆਂ ਨੇ ਮਾਹੌਲ ਇਦਾਂ ਦਾ ਬਣਾ ਦਿੱਤਾ ਭਾਈਆ ਜੈ ਰਾਮ ਤੇ ਇੰਨੀ ਗੱਲ ਕਹਿ ਕੇ ਆਪ ਤੇ ਤੁਰ ਗਏ ਤੇ ਭਾਈਆ ਜੈ ਰਾਮ ਦੀਆਂ ਖੁਸ਼ੀਆਂ ਵੀ ਨਾਲ ਹੀ ਲੈ ਗਏ। ਸੰਗਤੇ ਜੋ ਜੈਸੀ ਸੰਗਤ ਮਿਲੇ ਸੋ ਤੈਸੋ, ਹੋਰ ਇਹ ਸੱਚ ਹੈ। ਆ ਜਿੱਥੇ ਹੁਣ ਆਪਾਂ ਬੈਠੇ ਆ ਨਾ, ਇਹ ਔਰਾ ਗੁਰੂ ਸਾਹਿਬ ਦਾ। ਤੋ ਕਹਿੰਦੇ ਵੀ ਇੰਨੀ ਰੰਗੀ ਹੋਈ ਆਤਮਾ ਭਾਈਆ ਜੈ ਰਾਮ ਤੇ ਸੰਗਤ ਵਾਲਿਆਂ ਨੇ ਇਦਾਂ ਦਾ ਮੋਟੀਵੇਟ ਕਰਤਾ, ਇਦਾਂ ਦਾ ਮਾਹੌਲ ਬਣਾਤਾ ਕਿ ਉਹਨਾਂ ਨੂੰ ਚਿੰਤਾ ਪੈਦਾ ਹੋ ਗਈ। ਕਮਲ ਕਮਲੁ ਮਨ ਜੈ ਰਾਮੂ, ਔਰ ਕਹਿੰਦੇ ਕਮਲ ਵਰਗਾ ਮਨ ਸੀ ਭਾਈ ਜੈ ਰਾਮ ਦਾ, ਖਿੜਿਆ ਹੋਇਆ, 24 ਘੰਟੇ ਹੱਸਦੇ ਰਹਿੰਦੇ ਸੀ, ਆਨੰਦ ਵਿੱਚ ਰਹਿੰਦੇ ਸੀ। ਹਾਂਜੀ, ਧੀਰਜ ਮੂਲ ਅਥਾਮੂ, ਕਹਿੰਦੇ ਇਦਾਂ ਹੋਇਆ ਜਿਵੇਂ ਕਿਸੇ ਨੇ ਕਮਲ ਦੇ ਫੁੱਲ ਨੂੰ ਸੂਈਆਂ ਮਾਰ ਮਾਰ ਕੇ ਵਿੰਨਤਾ ਹੋਵੇ। ਆਖੋ ਸਤਿਨਾਮ ਵਾਹਿਗੁਰੂ। ਤਾਈਓ ਮਾਰੇ ਕਬੀਰ ਸਾਹਿਬ ਆਪਾਂ ਨੂੰ ਕਹਿੰਦੇ, ਕਬੀਰ ਸਾਖਤ ਸੰਗ ਨਾ ਦੂਰੈ। ਤੇ ਤਾਂ ਹੀ ਮਾਰੇ ਡੱਕਦੇ, ਔਰ ਮਾਰੇ ਨੇ ਆਪਣੇ ਤੋਂ ਲੈਣਾ ਕੁਝ। ਮਾਰੇ ਕਹਿੰਦੇ ਵੀ ਗੰਦੇ ਗੀਤ ਨਾ ਸੁਣਿਆ ਕਰ, ਪੈਲਸ ਵਿੱਚ ਜ਼ਿਆਦਾ ਚਿਰ ਨਾ ਰੁਕਿਆ ਕਰ। ਤੁਹਾਨੂੰ ਚੇਤਾ ਹੋਵੇ ਸ਼ਾਇਦ ਵੀ ਜਦੋਂ ਸੁਣਾਉ ਕਿਸੇ ਨੂੰ, ਮਰਦਾਨੇ ਦੀ ਬੇਟੀ ਦਾ ਵਿਆਹ ਸੀ ਤੇ ਸੌਦਾ ਲੈਣ ਭੇਜਿਆ ਸੀ ਭਾਈ ਭਗੀਰਥ ਮਲਸੀਆਂ ਵਾਲੇ ਨੂੰ ਲਾਹੌਰ ਦੇ ਵਿੱਚ। ਤੇ ਬਾਬਾ ਨਾਨਕ ਜੀ ਤੋਂ ਤੁਰਨ ਲੱਗਾ ਸੀ ਭਗੀਰਥ, ਤੇ ਕਹਿੰਦੇ ਵੀ ਸਜਣਾ ਰਾਤ ਨਹੀਂ ਰਹਿਣਾ ਉੱਥੇ। ਅਸਲ 'ਚ ਇਤਿਹਾਸ ਕੁਝ ਦੇ ਰਿਹਾ ਏ। ਮਹਾਰਾਜ ਕਹਿੰਦੇ ਵੀ ਸੌਦਾ ਲੈ ਕੇ ਤੇ ਵਾਪਸ, ਭਾਵੇਂ ਰਾਤ ਨੂੰ ਹੀ ਤੁਰੇ ਆਈ ਗੱਡਾ ਲੈ ਕੇ, ਪਰ ਰਾਤ ਨਹੀਂ ਰਹਿਣਾ। ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਤੇ ਜਦੋਂ ਸੌਦਾ ਲੈ ਲਿਆ ਤੇ ਚੂੜਾ ਰਹਿ ਗਿਆ ਤੇ ਮਨ ਸੁਖ, ਜਿੰਨੇ ਫਿਰ ਇੱਥੇ ਆਉਣਾ ਹੈ। ਤੇ ਮਨ ਸੁਖ ਬੜਾ ਤਕੜਾ ਵਪਾਰੀ ਸੀ। ਉਹ ਕਹਿੰਦਾ ਭਾਈ ਸਿੰਘਾ ਬਾਕੀ ਸੌਦਾ ਤੇ ਓਕੇ, ਤੇ ਚੂੜੇ ਨੂੰ 2 ਦਿਨ ਲੱਗ ਜਾਣੇ। ਕੋਸ਼ਿਸ਼ ਕਰੂੰ ਮੈਂ 1 ਦਿਨ 'ਚ ਕਰਾਂ। ਤੇ ਜੀ ਆਏ ਨੂੰ, ਤੂੰ ਦੂਰੋਂ ਆਇਆ ਏ ਤੇ ਇੱਥੇ ਟਿਕ ਜਾ। ਭਾਈ ਸਾਹਿਬ ਕਹਿੰਦੇ ਨਾ ਵੀ, ਮੇਰੇ ਨਾਨਕ ਨੇ ਆਖਿਆ ਸੀ ਵੀ ਕੁਝ ਵੀ ਹੋ ਜੇ ਤੂੰ ਰਾਤ ਨਹੀਂ ਰਹਿਣਾ। ਤੇ ਉਹ ਕਹਿੰਦੇ ਵੀ ਫਿਰ ਸੌਦਾ ਅਧੂਰਾ ਏ। ਫਿਰ ਭਾਈ ਸਾਹਿਬ ਨੇ ਸੋਚਿਆ, ਅਰਦਾਸ ਕੀਤੀ ਵੀ ਮਹਾਰਾਜ ਧੀ ਦਾ ਕਾਰਜ ਹੈ। ਤੇ ਅੰਦਰੋਂ ਅਰਦਾਸ ਕੀਤੀ ਤੇ ਫੁਰਨਾ ਆਇਆ ਵੀ ਲਾਹੌਰ ਦੇ ਵਿੱਚ ਬਚਨ ਹੋਇਆ ਨਹੀਂ ਰਹਿਣਾ। ਤੇ ਭਾਈ ਸਾਹਿਬ ਕਹਿੰਦੇ ਫਿਰ ਮੈਂ ਬਚਨ ਨਹੀਂ ਤੋੜਨਾ, ਮੈਂ ਇੱਦਾਂ ਕਰਦਾ ਤੂੰ ਸੌਦਾ ਤਿਆਰ ਕਰ ਲਾ ਤੇ ਮੈਂ ਲਾਹੌਰ ਦੀ ਜੂਹ ਤੋਂ ਬਾਹਰ ਜਾ ਕੇ ਉੱਥੇ ਸੌਂ ਜਾਊਂ। ਲਾਹੌਰ ਦੀ ਜੂਹ ਜਿੱਥੇ ਜਿੱਦਾਂ ਆਪਾਂ ਕਹਿੰਦੇ ਨਾ ਸੜਕ ਤੇ ਬੋਰਡ ਹੁੰਦਾ, ਸੁਲਤਾਨਪੁਰ ਦੀ ਹੱਦ ਖਤਮ ਹੋਈ, ਡੱਲੇ ਦੀ ਸ਼ੁਰੂ ਹੋਈ। ਉਹ ਹੱਦ ਜਿੱਥੇ ਖਤਮ ਹੁੰਦੀ ਉੱਥੇ ਆ ਕੇ ਦਰਖਤ ਦੇ ਥੱਲੇ ਸਾਰੀ ਰਾਤ ਬੰਦਗੀ ਕਰਦਾ ਰਿਹਾ। ਤੇ ਅਗਲੇ ਦਿਨ ਤੜਕੇ ਜਾ ਪਹੁੰਚਾ ਤੇ ਭਾਈ ਮਨ ਸੁਖ ਦੇ ਅੰਦਰ ਛੇਕ ਹੋ ਗਿਆ। ਕਹਿੰਦਾ ਵੀ ਜਿਹਦੇ ਸਿੱਖ ਦਾ ਈਮਾਨ ਇੰਨਾ ਪੱਕਾ ਏ, ਇਹਦਾ ਇਰਾਦਾ ਇੰਨਾ ਪੱਕਾ ਏ, ਇਹਦਾ ਮੁਰਸ਼ਿਦ ਕਿੱਦਾਂ ਦਾ ਹੋਊਗਾ। ਹਾਂਜੀ, ਤੋ ਇਸ ਕਰਕੇ ਉਹਨੇ ਫਿਰ ਇਹ ਬਚਨ ਕੀਤਾ, ਕਹਿੰਦੇ ਤੂੰ ਇੰਨਾ ਪਿਆਰ ਕਰਦਾ ਆਪਣੇ ਗੁਰੂ ਨੂੰ। ਲੋਕੀ ਤਾਂ ਮਾਹੌਲ ਵੇਖ ਕੇ ਬਦਲ ਜਾਂਦੇ ਆ। ਤੇ ਭਾਈ ਸਾਹਿਬ ਕਹਿੰਦੇ ਸੀ ਇੱਕ ਵਾਰੀ ਕਿਤੇ ਸਮਾਂ ਲੱਗਾ ਤੇ ਸੁਲਤਾਨਪੁਰ ਆਈ, ਇੱਕ ਵਾਰੀ ਮੇਰੇ ਨਾਨਕ ਨੂੰ ਮਿਲ ਕੇ ਆਈ। ਤੇ ਉਹ ਕਹਿੰਦਾ ਇੱਕ ਵਾਰੀ ਕੀ ਮੈਂ ਤੇਰੇ ਨਾਲ ਹੀ ਚੱਲਦਾ, ਕਿਉਂਕਿ ਜਿਹੜੇ ਰੰਗੀ ਹੁੰਦੇ ਨਾ ਬੰਦਗੀ ਵਾਲੇ, ਉਹ ਮਿੰਟ 2 ਹੀ ਲਾਉਂਦੇ ਸਪੀਕਰ ਤੇ ਕਿਤੇ, ਪਰ 2 'ਚ ਹੀ ਮਗਰ ਲਾ ਕੇ ਲੈ ਜਾਂਦੇ। ਤੇ ਕਈ ਮੇਰੇ ਵਰਗੇ ਬੁੱਢੇ ਹੋ ਜਾਂਦੇ ਬੋਲ ਕੇ, ਉਹਨਾਂ ਦੀ ਸੁਣਦਾ ਕੋਈ ਨਹੀਂ। ਇਹ ਬੰਦਗੀ ਨੂੰ ਸਲਾਮਾਂ ਹੁੰਦੀਆਂ ਜੇ ਬੰਦਗੀ ਹੁੰਦੀ ਪਿਛਲੀ ਕੋਈ ਪਿਛਲੀ ਕੀਤੀ ਹੋਈ ਤੇ ਆਪਾਂ ਬੈਠੇ ਆ। ਨਹੀਂ ਤੇ ਹੁਣ ਤੇ ਏਡਾ ਮਾੜਾ ਸਮਾਂ, ਘਰਦਿਆਂ ਦੀ 4 ਜੀਆਂ ਦੀ ਨਹੀਂ ਕੋਈ ਸੁਣਦਾ। ਮੈਂ ਤਾਂ ਸ਼ੁਕਰ ਕਰੀਦਾ ਵੀ ਜਿੱਥੇ ਜਾਈਦਾ 100 150 250 ਰੂਹਾਂ ਬਹਿ ਕੇ 2 ਘੰਟੇ ਕਥਾ ਸੁਣ ਲੈਂਦੀਆਂ। ਇਹ ਕੋਈ ਦਰਸ ਹੈ ਮਹਾਰਾਜ ਦਾ? ਨਹੀਂ ਤੇ ਔਖਾ ਜੀ, ਹੁਣ ਤੇ ਕੋਈ ਸੁਣਦਾ ਕਿੱਥੇ ਹੈ। ਮਾਂ ਪਿਓ ਦੀ ਨਹੀਂ ਸੁਣਦਾ ਜਿੰਨਾ ਇੰਨੀ ਮਿਹਨਤ ਕੀਤੀ ਹੈ। ਤੇ ਸ਼ੁਕਰ ਸਤਿਗੁਰੂ ਦਾ ਭਾਈ ਭਗੀਰਥ ਦੇ ਬੋਲ ਬੰਦਗੀ ਕਰਦਾ ਸੀ ਨਾ, ਇੰਨੇ ਕੁ ਪਿਆਰੇ ਲੱਗੇ ਤੇ ਨਾਲ ਹੀ ਆ ਗਿਆ। ਤੇ ਰਸਤੇ ਜਾ ਕੇ ਕਹਿੰਦਾ ਇੱਕ ਗੱਲ ਸੁਣ ਲਾ ਮੇਰੀ, ਪਹਿਲੀ ਵਾਰੀ ਮੈਂ ਤੇਰੇ ਨਾਨਕ ਨੂੰ ਵੇਖਣਾ ਹੈ ਤੇ ਨਾ ਉਹਨੇ ਮੈਨੂੰ ਵੇਖਿਆ। ਤੇ ਤੇਰਾ ਬਾਬਾ ਕਿੱਦਾਂ ਦਾ ਏ? ਵਾਹਵਾ ਕਰਨੀ ਵਾਲਾ ਏ। ਤੇ ਭਾਈ ਭਗੀਰਥ ਕਹਿੰਦਾ ਜਾਹਰ ਪੀਰ ਜਗਤ ਗੁਰ ਬਾਬਾ।
ਕਹਿੰਦੇ ਬੜਾ ਯਾਰਾ ਪੀਰ ਹੈ ਮੇਰਾ ਬਾਬਾ। ਕਹਿੰਦਾ ਕਿੰਨਾ ਕੁ ਯਾਰਾ ਹੈ? ਕਹਿੰਦੇ ਯਾਹਰ ਪੀਰ ਜਗਤ ਗੁਰ ਬਾਬਾ, ਬਹੁਤਾ ਹੀ ਯਾਹਰਾ ਪੀਰ ਹੈ। ਕਹਿੰਦੇ ਫਿਰ ਜੇ ਇੰਨਾ ਹੀ ਯਾਹਰਾ ਵਾ ਤੇ ਫਿਰ ਦੱਸੀ ਨਾ, ਮੈਂ ਤਾਂ ਮੰਨੂੰਗਾ ਵੀ ਮੈਂ ਮੱਥਾ ਟੇਕਾਂ ਤੇ ਮੈਨੂੰ ਨਾਂ ਲੈ ਕੇ ਬੁਲਾਉਣ। ਤੇ ਉਹੀ ਗੱਲ ਹੋਈ, ਜਦੋਂ ਆ ਕੇ ਬੈਠਾ ਮੱਥਾ ਟੇਕਿਆ ਤੇ ਪਿੱਛੇ ਬਹਿ ਗਿਆ ਤੇ ਮਹਾਰਾਜ ਬੈਠੇ ਸੀ ਥੜੇ ਤੇ ਮਹਾਰਾਜ ਕਹਿੰਦੇ ਮਨ ਸੁਖ। ਪਿੱਛੋਂ ਕਹਿੰਦਾ ਆਵਾਜ਼ ਮਾਰਨ, ਹੁਣ ਪਿੱਛੇ ਲੱਗਦਾ, ਅੱਗੇ ਆ ਮੇਰਾ ਪੁੱਤ। ਨਾਲ ਹੀ ਪੈਰਾਂ ਥੱਲੇ ਜ਼ਮੀਨ ਨਿਕਲ ਗਈ। ਮਹਾਰਾਜ ਕਹਿੰਦੇ ਨਾਂ ਬੜਾ ਸੋਹਣਾ ਰੱਖਿਆ ਹੀ ਹੋਏ, ਮਨ ਸੁਖ। ਕਦੇ ਮਨ ਦਾ ਸੁੱਖ ਵੇਖਿਆ ਵੀ ਕਿ ਨਹੀਂ? ਕਹਿੰਦੇ ਮਹਾਰਾਜ ਅੱਜ ਮਿਲਿਆ ਤੈਨੂੰ ਮਿਲ ਕੇ, ਪੈਸਾ ਬਹੁਤ ਆ ਪਰ ਮੇਰੇ ਕੋ ਨਾ ਹੀ ਮੇਰਾ ਮਨ ਸੁੱਖ ਆ, ਪਰ ਸੁੱਖ ਮੇਰੇ ਕੋ ਹੈ ਨਹੀਂ ਹੈ। ਤੇ ਮਹਾਰਾਜ ਅੱਜ ਮਿਲ ਗਿਆ। ਮਹਾਰਾਜ ਕਹਿੰਦੇ ਫਿਰ ਸੁੱਖ ਲੈਣਾ ਤੇ 24 ਘੰਟਿਆਂ ਚੋਂ 2 ਘੰਟੇ ਸੰਗਤ ਨੂੰ ਦੇ ਦੇ, ਮਾਇਆ ਵੀ ਕਮਾ ਜਾ, ਸੁੱਖ ਲਵੇਂਗਾ। ਤੇ ਇੰਨਾ ਕੁ ਸੁੱਖ ਲਿਆ, ਉਹ ਸੰਗਲਾ ਦੀਪ ਦੇ ਰਾਜੇ ਸ਼ਿਵਨਾਭ ਨੂੰ ਵੀ ਗੁਰੂ ਨਾਨਕ ਦੇ ਰਸ ਨਾਲ ਜੋੜਤਾ। ਇਹ ਪਿਆਰਿਆਂ ਦੀ ਪੌੜੀ ਗਾਂ ਚੜ ਜਾਣੀ। ਇੱਕ ਦੀਵਾ ਜਗਾਈ ਦਾ ਦੀਵਾਲੀ ਤੇ ਇੱਕ ਦੇ ਨਾਲ ਹੀ ਸਾਰੇ ਵਿਹੜੇ ਨੂੰ ਜਗਾ ਦਈਦਾ ਹੈ। ਉਹ ਤੁਸੀਂ ਵੀ ਏਦਾਂ ਕਰੋ, ਜੇ ਆਪ ਆਉਣੇ ਆ ਨਾ, ਆਪਣਾ ਦੀਵਾ ਇੱਥੋਂ ਤੁਹਾਡਾ ਹੁਣ ਜਗਿਆ ਪਿਆ, ਇਹਦੇ ਨਾਲ ਕੋਈ 25-30 ਹੋਰ ਜਗਾਓ। ਇਹ ਨਾ ਹੋਵੇ ਵੀ ਇੱਥੋਂ ਨਿਕਲ ਕੇ ਫੂਕ ਮਾਰ ਕੇ ਬੁਝਾ ਲਿਆ ਕਰੋ। ਆਓ 2 ਦੀਵੇ ਜਗਦੇ ਫਤਿਹਗੜ੍ਹ ਸਾਹਿਬ, ਉਹਨਾਂ ਦੀ ਰੌਸ਼ਨੀ ਮਾਣੀਏ। ਵਾਹਿਗੁਰੂ 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 ਜੇ ਚੱਲੇ ਉਸ ਸਰਹੰਦ ਨੂੰ ਮੇਰੇ ਪਿਆਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਜੇ ਚੱਲੇ ਉਸ ਸਰਹੰਦ ਨੂੰ ਮੇਰੇ ਪਿਆਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਜੇ ਚੱਲੇ ਉਸ ਸਰਹੰਦ ਨੂੰ ਮੇਰੇ ਪਿਆਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਸਰਹੰਦ ਨੂੰ ਮੇਰੇ ਪਿਆਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਮੇਰੇ ਪੋਤਿਆਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਮੇਰੇ ਪੋਤਿਆਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਮੇਰੇ ਬੱਚਿਆਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ।
ਗੁਜ਼ਾਰਿਆ। ਸਾਧ ਸੰਗਤ ਜੀ, ਆਪਣੇ ਘਰਾਂ 'ਚ ਵੀ ਜੇ ਦੋਵੇਂ ਜੀਅ ਆ, ਬੱਚੇ ਆ, ਪਰਿਵਾਰ ਨਾਲ ਜ਼ਰੂਰ 15-20 ਮਿੰਟ ਰਾਤ ਨੂੰ ਸਿਮਰਨ ਕਰਿਆ ਕਰੋ। ਮਹਾਰਾਜ ਸਾਹਿਬ ਭਲਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ।